ਵਾਹਿਗੁਰੂ ਸਾਹਿਬ ਜੀਓ। ਖਾਨ ਪਾਨ ਨਿਤ ਕਰਨ ਬਿਹਾਰਾ, ਹਿਤ ਬਿਨੋਦ ਬਨਤਾ ਸੰਗ ਧਾਰਾ। ਕਰਨ ਉਪਾਏ ਸੋ ਦਰਬ ਉਪਾਵਨ, ਅਲਜ ਅਸੁਭ ਸੁਭ ਕਰਮ ਕਮਾਵਨ। ਖਾਨ ਪਾਨ ਨਿਤ ਕਰਨ ਬਿਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕੱਲ ਸ਼ਾਮ ਦੇ ਦੀਵਾਨ ਵਿੱਚ ਚੱਲ ਰਹੀ ਲੜੀਵਾਰ ਕਥਾ ਵਿੱਚ ਸ਼ਰਵਣ ਕੀਤਾ ਹੈ ਕਿ ਮੁਲਾਣੇ ਨੂੰ ਉਪਦੇਸ਼ ਦਿੱਤਾ ਗੁਰਾਂ ਨੇ। ਸੋ ਇਸ ਤਰੀਕੇ ਨਾਲ ਉਹ ਸ਼ਬਦ 5 ਸਾਲ 6 ਸਾਲ ਦੀ ਉਮਰ ਵਿੱਚ ਯਕ ਕਾਰਜ ਗੁਫਤਮ ਪੇਸ਼ ਤੋਂ ਦਰ ਗੋਸ ਕੁਨ ਕਰਤਾਰ, ਮਹਾਰਾਜ ਨੇ ਬਚਨ ਕੀਤਾ ਸੀ ਇਹ ਦੁਨੀਆ ਜਿਹਨੂੰ ਮੁਕਾਮ ਮੰਨਦੇ ਆ, ਪੱਕੀ ਮੰਨਦੇ ਆ, ਇਹ ਫਾਨੀ ਹੈ। ਇਹ ਗੱਲ ਦਿਲ ਦੇ ਅੰਦਰ ਵਿਚਾਰ ਕੇ ਦੇਖ, ਕਿਉਂਕਿ ਜਦੋਂ ਤੇਰੇ ਕੇਸ ਆ ਕੇ ਪਕੜੇਗਾ ਅਜ਼ਰਾਈਲ ਫਰਿਸ਼ਤਾ, ਤੇਰੀ ਜੋ ਹਰ ਰੋਜ਼ ਦੀ, ਕਿਉਂਕਿ ਸਮਝ ਵਿੱਚ ਆਉਂਦੀ ਆ ਗੱਲ ਕਿ ਅੰਤ ਨੂੰ ਕੋਈ ਵੀ ਬੰਦਾ ਸਾਥ ਨਹੀਂ ਦੇਵੇਗਾ, ਕਿਉਂਕਿ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੌਤ ਦਾ ਦੇਵਤਾ ਹੈ ਤੁਹਾਡਾ ਅਜ਼ਰਾਈਲ। ਉਸ ਲਿਖਤ ਮੁਤਾਬਕ ਹੀ ਤੈਨੂੰ ਕਹਿੰਦਾ ਹਾਂ ਕਿ ਤੂੰ ਉਦੋਂ ਆਪਣਾ ਬਚਾਅ ਕਿਸ ਤਰ੍ਹਾਂ ਕਰੇਗਾ। ਜਦੋਂ ਮਹਾਰਾਜ ਨੇ ਕਾਫੀ ਵਿਸਥਾਰ ਦੇ ਵਿੱਚ ਸਮਝਾਇਆ, ਸੋ ਉਸ ਵਕਤ ਜਿਵੇਂ ਕਹੀਏ ਵੀ ਗੱਲ ਦਾ ਐਕਸ਼ਨ ਕੀ ਹੋਣਾ, ਰਿਐਕਸ਼ਨ ਹੀ ਹੁੰਦਾ। ਪਹਿਲਾਂ ਤਾਂ ਕਲਯੁਗ ਹੈ, ਕਲਯੁਗ 'ਚ ਜਿਹੜੇ ਬੰਦੇ ਤਾਂ ਕੁਝ ਜਾਣਦੇ ਨੇ, ਜਿਨ੍ਹਾਂ ਨੂੰ ਗਿਆਨ ਹੈ, ਸੋਝੀ ਹੈ, ਸਾਰਾ ਪਤਾ ਹੈ, ਉਹਨੂੰ ਤਾਂ ਲੋਕ ਕਹਿੰਦੇ ਤੈਨੂੰ ਕੁਝ ਪਤਾ ਹੀ ਨਹੀਂ, ਤੇ ਜਿਹਨੂੰ ਕੁਝ ਵੀ ਨਹੀਂ ਪਤਾ ਉਹਨੂੰ ਕਹਿੰਦੇ ਵਿਦਵਾਨ ਹੈ। ਜਿਵੇਂ ਅੱਜ ਦੇ ਯੁੱਗ ਦੇ ਅੰਦਰ ਚੱਲਦਾ ਸਭ ਕੁਝ, ਜਿਹੜੇ ਨੂੰ ਪਤਾ ਹੀ ਕੱਖ ਨਹੀਂ, ਜਿਹੜੇ ਬੰਦੇ ਨੂੰ ਕੋਈ ਬਾਣੀ ਵੀ ਕੰਠ ਨਹੀਂ, ਉਹ ਬੰਦਾ ਵੀ ਕਹਿੰਦਾ ਮੇਰੇ ਵਰਗਾ ਕੋਈ ਵਿਦਵਾਨ ਨਹੀਂ। ਸੋ ਇਸ ਕਰਕੇ ਸਾਡੀ ਭਾਸ਼ਾ ਵਿੱਚ ਉਹਨੂੰ ਕਹਿੰਦਾ ਇਹ ਵਿਚਾਰਾ ਬਹੁਤ ਗਰੀਬ ਹੈ, ਸ਼ਰਧਾ ਪੱਖੋਂ ਤਰਸ ਹੀ ਆਉਂਦਾ ਇਹਦੇ ਤੇ ਵੀ ਇਹ ਬੰਦੇ ਦਾ ਬਣੇਗਾ ਕੀ, ਸੱਚੇ ਪਾਤਸ਼ਾਹ ਤਰੂਗਾ ਵੀ ਕਿ ਐਂ ਡੁੱਬ ਜਾਊਗਾ। ਹੈ ਤਾਂ ਸਾਡਾ ਹੀ, ਡੁੱਬਦਿਆਂ ਦੇਖ ਕੇ ਦੁੱਖ ਵੀ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਮਾਇਆ ਦਾ ਕੀੜਾ ਹੈ, ਇਹਨੇ ਤਾਂ ਡੁੱਬ ਹੀ ਜਾਣਾ, ਕਿਉਂਕਿ ਸ਼ਰਧਾ ਤਾਂ ਹੈ ਹੀ ਨਹੀਂ ਇਹਦੇ ਮਨ 'ਚ। ਇਸੇ ਤਰ੍ਹਾਂ ਮਲਾਣੇ ਨੇ 7 ਬਚਨ ਕਹਿਣ ਦੀ ਬਜਾਏ ਕਹਿਤਾ, ਕਹਿੰਦਾ ਤੁਸੀਂ ਹੁਣੇ ਹੀ ਬਜ਼ੁਰਗਾਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ। ਬਚਪਨ ਹੈ, ਖੇਡੋ ਮੱਲੋ ਮੌਜਾਂ ਕਰੋ, ਕਿਸ਼ੋਰ ਅਵਸਥਾ ਖਾਣ ਪੀਣ ਦੀ ਹੁੰਦੀ ਹੈ, ਜਵਾਨੀ 'ਚ ਇਨਸਾਨ ਦਾ ਵਿਆਹ ਸ਼ਾਦੀ ਹੁੰਦੀ ਹੈ, ਫਿਰ ਜਾ ਕੇ ਬੁੱਢਾ ਹੋ ਜਾਂਦਾ ਜਦੋਂ, ਉਦੋਂ ਹੀ ਇਹ ਗੱਲਾਂ ਕਰੀਦੀਆਂ ਹੁੰਦੀਆਂ ਨੇ। ਉਲਟਾ ਸਮਝਾਉਣ ਲੱਗ ਪਿਆ ਮਹਾਰਾਜ ਜੀ ਨੂੰ ਵੀ ਆਪਣੇ ਰਿਸ਼ਤੇਦਾਰ ਹੁੰਦੇ ਨੇ, ਬਾਲ ਬੱਚੇ ਹੁੰਦੇ ਨੇ। ਮਹਾਰਾਜ ਹੁਣ ਉਹਨੂੰ ਬੜਾ ਟਿਕਾ ਕੇ ਜਵਾਬ ਦੇਣ ਲੱਗੇ ਨੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਸ਼ਬਦ ਦਾ ਜੋ ਉਚਾਰਨ ਕੀਤਾ ਹੈ, ਇਹਦੇ ਅਰਥ ਵਿਸਥਾਰ ਨਾਲ ਕਵੀ ਜੀ ਨੇ ਆਪ ਹੀ ਅੱਗੇ ਵਾਰਤਕ ਦੇ ਵਿੱਚ ਕੀਤੇ ਨੇ, ਸੋ ਕਾਵਿ ਰੂਪ ਦੇ ਵਿੱਚ ਕੀਤੇ ਨੇ।
ਸੋ ਉਹਨੂੰ ਵਾਰਤਕ ਰੂਪ ਚ ਸੁਣਾਂਗੇ। ਆਓ ਸਤਿਗੁਰੂ ਜਿਵੇਂ ਕਿਰਪਾ ਕਰਦੇ ਨੇ, ਉਪਦੇਸ਼ ਸਾਰੀ ਦੁਨੀਆ ਨੂੰ ਸਾਂਝਾ ਉਪਦੇਸ਼ ਕਰਦੇ ਨੇ। ਹਰੇਕ ਬੰਦੇ ਦਾ ਹੀ ਇਹ ਪ੍ਰਸ਼ਨ ਹੁੰਦਾ ਕਿ ਹੁਣ ਅੰਮ੍ਰਿਤ ਹਲੇ ਕੀ ਛਕਣਾ, ਬੁੜੇ ਹੋ ਕੇ ਛਕਾਂਗੇ। ਇਹਨੂੰ ਕਹਿੰਦੇ ਕੁਮੱਤ, ਖੋਟੀ ਬੁੱਧੀ। ਖੋਟੀ ਬੁੱਧੀ ਤਾਂ ਆਉਂਦੀ ਹੈ ਜਿਵੇਂ ਮਹਾਰਾਜ ਨੇ ਬਚਨ ਕੀਤਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਬੰਦੇ ਦੇ ਅੰਦਰ ਔਗਣ ਹੁੰਦੇ ਨੇ, ਉਹਨੀਆਂ ਜੰਜੀਰਾਂ ਬਣ ਕੇ ਉਹਦੇ ਗਲ ਪੈ ਜਾਂਦੀਆਂ ਨੇ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਉਹੀ ਸਾਡੇ ਭਰਾ ਨੇ, ਉਹੀ ਸਾਡੇ ਵੀਰ ਨੇ, ਸ਼ੁਭ ਗੁਣ। ਅਤੇ ਸਾਡੇ ਔਗਣ, ਸਾਡੇ ਪਾਪ, ਇਹ ਸਾਡੇ ਦੁਸ਼ਮਣ ਨੇ, ਸਾਡੀ ਬੁੱਧੀ ਨੂੰ ਗਲਤ ਪਾਸੇ ਦੇਣ ਦੇ ਪ੍ਰੇਰਨਾ ਕਰਦੇ ਨੇ। ਅਤੇ ਜਦੋਂ ਤੱਕ ਤੁਹਾਨੂੰ ਅਸਲੀਅਤ ਪਤਾ ਲੱਗਦੀ, ਉਦੋਂ ਤੱਕ ਜ਼ਿੰਦਗੀ ਲੰਘ ਜਾਂਦੀ ਹੈ। ਸੋ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਇਹ ਨਹੀਂ ਕੋਸ਼ਿਸ਼ ਕੀਤੀ ਅਸੀਂ ਕਿ ਐਵੇਂ ਫੋੜ ਫੜੱਕੇ ਮਾਰੀਏ ਜਾਂ ਕੋਈ ਗੱਲ ਝੂਠ ਬੋਲ ਦਈਏ। ਸਾਡੀ ਸੰਗਤ ਹੈ, ਸਾਡੀ ਕੌਮ ਹੈ, ਸਾਡੇ ਸਤਿਗੁਰ ਨੇ, ਸਾਡਾ ਘਰ ਹੈ। ਸਾਡੇ ਆਪਣੇ ਛੋਟੇ ਬੱਚੇ ਨੇ, ਭੈਣਾਂ, ਵੀਰ, ਬਜ਼ੁਰਗ ਸਾਡੇ ਆਪਣੇ ਨੇ। ਅਸੀਂ ਕਦਾਚਿਤ ਨਹੀਂ ਚਾਹੁੰਦੇ ਕਿ ਗਲਤ ਪਾਸੇ ਜਾਣ, ਜਾਂ ਇਹਨਾਂ ਨੂੰ ਕੋਈ ਭੁਲੇਖਾ ਲੱਗੇ, ਜਾਂ ਕੋਈ ਧੋਖਾ ਖਾ ਜਾਣ। ਸਤਿਗੁਰੂ ਮਹਾਰਾਜ ਵੀ ਇਹੀ ਚਾਹੁੰਦੇ ਨੇ, ਕਿਸੇ ਨੂੰ ਧੋਖਾ ਨਾ ਹੋਵੇ, ਭੁਲੇਖਾ ਨਾ ਲੱਗੇ। ਸਹੀ ਮਾਰਗ ਹਰੇਕ ਨੂੰ ਮਿਲਣਾ ਚਾਹੀਦਾ। ਆਓ ਗੁਰੂ ਨਾਨਕ ਦੇਵ ਜੀ ਸਹੀ ਮਾਰਗ ਬਖਸ਼ਿਸ਼ ਕਰਦੇ ਨੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਖਾਨ ਪਾਨ ਨਿਤ ਕਰਨ ਬਿਹਾਰਾ। ਹੁਣ ਸਤਿਗੁਰੂ ਮਹਾਰਾਜ ਨੇ ਕੱਲ ਦੱਸਿਆ ਸੀ ਵੀ ਉਮਰ ਬੰਦੇ ਦੀ ਕਿਵੇਂ ਕਿਵੇਂ ਲੰਘਦੀ ਹੈ। 100 ਸਾਲ ਉਮਰ ਹੈ, 50 ਸਾਲ ਤਾਂ ਨੀਂਦ ਵਿੱਚ ਬਤੀਤ ਹੋਏ ਨੇ। ਇਸੇ ਤਰ੍ਹਾਂ 15 ਸਾਲ ਅਣਜਾਣ ਪੁਣੇ ਚ, ਬਾਲ ਪੁਣੇ ਚ। ਸੋ 80 ਸਾਲ ਤੋਂ ਵੱਧ ਜਾਂਦੀ ਜਿਹੜੀ, ਉਹ ਅੱਖਾਂ ਤੋਂ ਦਿਖਦਾ ਨਹੀਂ ਹੈ। ਵਿਆਕੁਲਤਾ, ਇੰਦਰੀਆਂ ਦੀ ਕਮਜ਼ੋਰੀ ਹੋਣੀ, ਨੈਣੀ ਨੀਰ ਬਹਿ, ਨੈਨੋ ਨੀਰ ਬਹਿ ਤਨ ਖੀਨਾ ਆਦਿਕ ਦੀ ਅਵਸਥਾ। ਦੇਹ ਦੀ ਕਿਰਿਆ ਕਰਨੀ ਔਖੀ ਹੋ ਜਾਂਦੀ ਹੈ। ਕੁਛ ਕੁ ਉਮਰ ਰਹਿ ਗਈ ਜਿਹੜੀ, ਉਹ ਗੰਦਗੀ 'ਚ ਨਿਕਲ ਜਾਂਦੀ ਹੈ। ਬਚਪਨ ਵਿੱਚ, ਇਸ ਤਰ੍ਹਾਂ ਬੁਢੇਪੇ ਵਿੱਚ ਵੀ ਕਿਰਿਆ ਨਹੀਂ ਸੰਭਾਲ ਹੁੰਦੀ। ਬਹੁਤ ਸਾਰਾ ਕੁਝ ਹੁੰਦਾ। ਖਾਣੇ ਪੀਣੇ ਵਿੱਚ ਹੀ ਰੋਜ਼ ਵਿਹਾਰ ਕਰਦਾ। ਖਾਣ ਪੀਣ 'ਚ ਪਾਠ ਕਰਨਾ ਹੋਵੇ, ਤੇਜ਼ ਕਰਦਾ, ਘੜੀ ਵੱਲ ਦੇਖੀ ਜਾਂਦਾ। ਅੱਜ ਮੈਂ ਇੰਨੀ ਛੇਤੀ ਪਾਠ ਕਰ ਲਿਆ। ਰੋਟੀ ਖਾਣੀ ਹੋਵੇ, ਜੇ ਕਹੋ ਛੇਤੀ ਖਾ ਲੈ, ਰੋਟੀ ਤਾਂ ਸਵਾਦ ਨਾਲ ਖਾਣ ਦੋ, ਫਿਰ ਸਵਾਦ ਨਾਲ। ਪਾਠ ਨਹੀਂ ਸਵਾਦ ਨਾਲ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹੜੀ ਉਮਰ ਸਾਡੀ ਹੈ ਉਹ ਖਾਣ ਪੀਣ ਵਿਹਾਰਾਂ ਵਿੱਚ ਲੰਘ ਜਾਂਦੀ ਹੈ। ਚਿਤ ਵਿਨੋਦ ਬਨਤਾ ਸੰਗ ਧਾਰਾ। ਸੋ ਵਿਨੋਦ ਜਿਹੜੇ ਨੇ, ਕੌਤਕ, ਪੁੱਤਰ ਨਾਲ, ਇਸਤਰੀ ਨਾਲ, ਪਰਿਵਾਰ ਨਾਲ, ਹਾਸੇ ਖੇਡੇ। ਮਹਾਰਾਜ ਉਚਾਰਨ ਕਰਦੇ ਨੇ ਬਾਣੀ 'ਚ, ਖੀਲਾ ਵਿਗਸੈ ਤੇਤੋ ਸੋਗ। ਜਿੰਨਾ ਜ਼ਿਆਦਾ ਖੇਡਦਾ ਵਿਕਸਦਾ ਨਾ, ਇੰਨਾ ਹੀ ਸੋਗ ਪੈਦਾ ਹੋਣਾ। ਇਸ ਕਰਕੇ ਵੈਦੋ ਨਾ ਬਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜਨਮ ਪਿਤਾ ਲੋਕ ਸੁਤਵੰਤਾ, ਕੋਇ ਨਾ ਕਿਸ ਕੀ ਧਰਿਆ। ਕੋਈ ਨਹੀਂ ਕਿਸੇ ਦਾ ਹੈ। ਆਪੇ ਬੀਜ ਆਪੇ ਹੀ ਖਾਓ, ਆਪਣ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਐ। ਕਰਨ ਉਪਾਏ ਸੋ ਦਰਬ ਉਪਾਵਨ। ਪੈਸੇ ਨੂੰ ਪੈਦਾ ਕਰਨ ਦਾ ਹੀ ਉਪਾਅ ਸੋਚਦਾ। 24 ਘੰਟੇ ਦਿਮਾਗ ਚੱਲਦਾ ਇਉਂ, ਕਿੱਥੋਂ ਜ਼ਿਆਦਾ ਬਣਨਗੇ, ਕਿਵੇਂ ਬਣਨਗੇ, ਕਿੱਥੋਂ ਬੱਚਤ ਹੋਵੇਗੀ, ਕਾਹਦੀ ਬੱਚਤ ਹੋਵੇਗੀ। ਬਹੁਤ ਐਸੀਆਂ ਗੱਲਾਂ ਸੋਚਦਾ।
ਕਿ ਇੱਥੋਂ ਵੀ ਥੋੜੇ ਜਿਹੇ ਪੈਸੇ ਬਚ ਜਾਣ, ਉੱਥੋਂ ਵੀ ਬਚ ਜਾਣ, ਉੱਥੋਂ ਵੀ ਬਚ ਜਾਣ। ਸੋ ਇੱਥੇ ਤਾਂ ਚਲੋ ਮਾੜਾ ਜਿਹਾ ਪਤਾ ਨਹੀਂ ਕੀ ਹਿਸਾਬ ਹੈ। ਇੰਡੀਆ ਹਰੇਕ ਦੇ ਕੋਲ ਮੋਬਾਈਲ ਫੋਨ, ਉਹ ਹਰੇਕ ਨੂੰ ਮਿਸ ਕਾਲ ਹੀ ਕਰਦੇ ਨੇ ਇੱਕ ਦੂਜੇ ਨੂੰ, ਮੇਰੇ ਨਾਲ ਪੈਸੇ ਪੈ ਜਾਣ ਕਿਤੇ, ਉੱਥੋਂ ਵੀ 10 ਪੈਸੇ ਬਚ ਜਾਣ, ਉੱਥੋਂ ਵੀ 10 ਪੈਸੇ ਬਚ ਜਾਣ। ਹਰੇਕ ਚੀਜ਼ ਚੋਂ ਸਾਰੀ ਜ਼ਿੰਦਗੀ ਕਮਾ ਕਮਾ ਕੇ ਜਿਹੜੇ ਮਹਿਲ ਪਾਏ ਹੋਏ ਨੇ, ਆਪਾਂ ਨੂੰ ਪਤਾ ਹੀ ਹੈ, ਮਹਿਲ ਵੀ ਨਹੀਂ ਪਾਉਣੇ। ਮਹਾਰਾਜ ਕਹਿੰਦੇ ਨੇ ਇੰਨਾ ਦਿਮਾਗ ਪੈਸੇ ਉੱਤੇ ਹੀ ਲੜਾਤਾ, ਤੇ ਉਧਰ ਲਾਉਣਾ ਸੀ ਨਾ ਜਿੱਧਰੋਂ ਮੁਕਤ ਹੋਣਾ ਸੀ, ਬੰਧਨ ਕੱਟਣੇ ਸੀ, ਆਨੰਦ ਆਉਣਾ ਸੀ, ਉਧਰ ਨੂੰ ਲਾਇਆ ਹੀ ਨਹੀਂ ਦਿਮਾਗ। ਦਿਮਾਗ ਦੀ ਵਰਤੋਂ, ਸਰੀਰ ਦੀ ਵਰਤੋਂ, ਜ਼ੁਬਾਨ ਦੀ ਵਰਤੋਂ ਸਾਰੀ ਗਲਤ ਪਾਸੇ ਨੂੰ ਕੀਤੀ ਹੈ। ਅਲਜ ਅਸ਼ੁਭ ਸ਼ੁਭ ਕਰਮ ਕਮਾਵਨ। ਪੈਸੇ ਵਾਸਤੇ ਨਿਰਲੱਜ ਬੇਸ਼ਰਮੀ ਦੇ ਕਰਮ ਕਰਦਾ, ਅਸ਼ੁਭ ਕਰਮ ਕਰਦਾ, ਤੇ ਸ਼ੁਭ ਕਰਮ ਜਿਹੜਾ ਹੈ ਉਹਨੂੰ ਛੱਡ ਦਿੰਦਾ। ਇਹੋ ਜਿਹੇ ਨਿਰਲੱਜ ਕਰਮ ਇੱਕ ਕਰੜੇ ਹੋ ਕੇ ਕਹਿਣੇ ਪੈਂਦੇ ਸਾਨੂੰ ਵੀ। ਜੇ ਨਾ ਕਰੜੇ ਹੋ ਕੇ ਕਹੀਏ ਫਿਰ ਖਹਿੜਾ ਨਹੀਂ ਛੱਡਦੇ ਜੀ, ਉਹ ਫਲਾਨੀ ਚੀਜ਼ ਵੇਚਣ ਨਾਲ ਬੜਾ ਪੈਸਾ। ਇਹ ਨਹੀਂ ਦੇਖਦਾ ਕਿ ਉਹ ਲੇਖਾ ਕਿੱਡਾ ਭੈੜਾ ਖੜਾ ਹੋ ਗਿਆ ਅੱਗੇ। ਪੈਸਾ ਤਾਂ ਛੱਡ ਜਾਣਾ ਉਰੇ, ਲੇਖਾ ਲੈ ਜਾਣਾ ਨਾਲ। ਇਸ ਕਰਕੇ ਹਰ ਇੱਕ ਚੀਜ਼ ਦਾ ਧਿਆਨ ਰੱਖਣਾ। ਜਿਉਂ ਤਾਂ ਬਹੁਤ ਸਾਰੇ ਲੋਕ, ਉਹਨਾਂ ਨੂੰ ਅਸੀਂ ਉਹ ਬੇਨਤੀ ਵੀ ਕਰਦੇ ਵੀ ਅੰਮ੍ਰਿਤਧਾਰੀ ਹੋ ਕੇ ਇਹ ਸਟੋਰਾਂ ਤੇ ਤੰਬਾਕੂ ਵੇਚਣਾ ਤੇ ਮੀਟ ਵੇਚਣਾ, ਉਹ ਤਾਂ ਫਿਰ ਭਾਈ ਮਤੀ ਦਾਸ ਉਹਨਾਂ ਨੂੰ ਵੀ ਕਹਿੰਦੇ ਸੀ ਥੋੜਾ ਜਿਹਾ ਤੰਬਾਕੂ ਖਾ ਲਓ, ਦੇਖੋ ਫਿਰ ਤੁਹਾਨੂੰ ਸੂਬੇ ਬਣਾ ਦਿਆਂਗੇ, ਆਵਾਜ਼ ਦੇ ਦਿਆਂਗੇ, ਥੋੜੀ ਦਾੜੀ ਕਟਾ ਲਓ। ਇੰਨੀ ਉਹ ਗੱਲ ਸੀ ਨਾ। ਸਾਹਿਬਜ਼ਾਦਿਆਂ ਨੂੰ ਵੀ ਢੇਰ ਲਾਤੇ ਸੀ ਮੋਹਰਾਂ ਦੇ, ਇੱਕ ਵਾਰੀ ਆ ਸਾਡਾ ਕੁੱਠਾ ਮਾਸ ਖਾ ਲਓ, ਇੱਕ ਵਾਰ ਤੁਸੀਂ ਸਾਡੇ ਬਣ ਜਾਓ, ਫਿਰ ਦੇਖੋ ਤੁਹਾਨੂੰ ਬੇਗਮਾਂ ਮਿਲਣਗੀਆਂ, ਹੂਰਾਂ ਪਰੀਆਂ ਉੱਥੇ ਮਿਲਣਗੀਆਂ, ਰਾਜ ਮਿਲੇਗਾ। ਤੇ ਜੇ ਐਂ ਕਰਨਾ ਸੀ ਫਿਰ ਅੱਜ ਤਾਂ ਉਹਨਾਂ ਨੂੰ ਲਾਜ ਹੀ ਲਾਤੀ, ਵੱਡੇ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ। ਸਿੱਖ ਇੱਕ ਗੱਲ ਕਹਿੰਦਾ ਸੱਚੇ ਪਾਤਸ਼ਾਹ, ਰੋਟੀ ਇੱਕ ਟਾਈਮ ਦੇ ਦੇਈਂ ਪਰ ਦਹੀਂ ਇੱਜ਼ਤ ਦੀ ਤੇ ਧਰਮ ਦੇ ਨਾਲ ਕਮਾਈ ਹੋਈ ਕਮਾਈ ਦੀ ਰੋਟੀ ਦੇਈਂ। ਇਹ ਨਹੀਂ ਕਿ ਆਪਾਂ ਧਰਮ ਨੂੰ ਛੱਡ ਕੇ ਰੋਟੀ ਲੈਣੀ ਆ, ਫਿਰ ਲੋੜ ਨਹੀਂ, ਫਿਰ ਵਾਪਸ ਉੱਥੇ ਚੱਲਦੇ ਆ। ਧਰਮ ਨਹੀਂ ਛੱਡਣਾ ਆਪਣਾ, ਕਿਉਂਕਿ ਸ਼ਹੀਦੀਆਂ ਦਾ ਮਹੀਨਾ ਚੱਲ ਰਿਹਾ। ਇਹਨਾਂ ਮਹੀਨਿਆਂ ਦੇ ਵਿੱਚ ਕਿੰਨੀ ਕੁਰਬਾਨੀ ਖਾਲਸੇ ਨੇ ਕੀਤੀ ਆ, ਜੇ ਵਿਚਾਰ ਕੇ ਦੇਖੀਏ। ਇਸ ਕਰਕੇ ਪੈਸਾ ਕਿਸਮਤ ਦਾ ਹੁੰਦਾ, ਪੈਸਾ ਨਹੀਂ ਕਿਸਮਤ ਵਿੱਚ ਤਾਂ ਸ਼ਬਦ ਨਾਲ ਕਮਾਈ ਕਰੋ। ਮੂਲ ਮੰਤਰ ਦਾ ਅਭਿਆਸ ਕਰਕੇ ਬੇਨਤੀ ਕਰੋ, ਮਹਾਰਾਜ ਕਿਰਪਾ ਕਰੋ, ਗੁਜਰਾਨ ਔਖਾ ਹੈ। ਸਤਿਗੁਰੂ ਮਹਾਰਾਜ ਨੇ ਬੇਅੰਤ ਸ਼ਬਦ ਬਾਣੀ ਚ ਉਚਾਰਨ ਕੀਤੇ ਨੇ, ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਬਖਸ਼ਾਂ ਕੀਤੀਆਂ ਨੇ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭੂ ਦੇ ਸਿਮਰਨ ਨਾਲ ਸਾਰਾ ਕੁਝ ਸਿੱਖ ਨੇ ਲੈਣਾ। ਇੱਕ ਵਾਰ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਕਿ ਸੱਚੇ ਪਾਤਸ਼ਾਹ, ਜਿਹੜੀ ਅਸੀਂ ਮਾਇਆ ਲਈ ਸ਼ਬਦ ਪੜ੍ਹਦੇ ਹਾਂ, ਇਹ ਵੀ ਤੁਹਾਡੇ ਭਾਣੇ ਤੋਂ ਬਾਹਰ ਤਾਂ ਨਹੀਂ? ਫਿਰ ਤੁਸੀਂ ਕਹਿੰਦੇ ਜੋ ਲਿਖਿਆ ਉਹੀ ਮਿਲਣਾ, ਕਿਤੇ ਗਲਤੀ ਤਾਂ ਨਹੀਂ ਕਰੀ ਜਾਂਦੇ? ਸਤਿਗੁਰੂ ਕਹਿੰਦੇ ਜਿਹੜਾ ਸ਼ਬਦ ਰਾਹੀਂ ਤੁਸੀਂ ਕੁਝ ਵੀ ਲੈਂਦੇ ਹੋ, ਮੇਰੇ ਰਾਹੀਂ ਹੀ ਲੈਂਦੇ ਹੋ। ਸ਼ਬਦ ਮੈਂ ਹੀ ਹਾਂ। ਇਸ ਕਰਕੇ ਸ਼ਬਦ ਦੇ ਰਾਹੀਂ ਜੋ ਲੈਣਾ, ਲੇਖਾ ਇੰਨਾ ਨਾ ਵਧਾ ਲਈਏ ਕਿ ਲੇਖਾ ਦੇਣਾ ਵੀ ਔਖਾ ਹੋ ਜਾਏ ਸਾਡੀਆਂ ਕੁੜਾਂ ਨੂੰ, ਸਾਡੀ ਔਲਾਦ ਨੂੰ। ਇਸ ਕਰਕੇ ਐਸੇ ਲੇਖੇ ਵਿੱਚ ਨਾ ਪਈਏ ਜਿਹਦੇ ਨਾਲ ਸਾਨੂੰ ਇੰਨੀ ਮਾਰ ਪਵੇ ਕਿ ਝੱਲੀ ਵੀ ਨਾ ਜਾਵੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹੀ ਕਰਮ ਕਰੋ ਜਿਹੜਾ ਕਰਮ ਸਾਨੂੰ ਗੁਰਾਂ ਨੇ ਕਿਹਾ, ਤੇ ਜਿਹੜਾ ਕਰਮ ਨਹੀਂ ਕਿਹਾ ਉਹ ਕਰਮ ਛੱਡ ਦਈਏ। ਤੇ ਜੇ ਨਹੀਂ ਛੱਡਣਾ ਫਿਰ ਇਹਦਾ ਮਤਲਬ ਆਪਾਂ ਸਿੱਧੇ ਤੌਰ ਤੇ ਨਹੀਂ ਵਿਦਾਵਾ ਦਿੱਤਾ, ਅਸਿੱਧੇ ਤੌਰ ਤੇ ਤਾਂ ਵਿਦਾਵਾ ਹੀ ਦਿੱਤਾ ਹੋਇਆ। ਸਲਾਮ ਜਵਾਬ ਦੋਵੇਂ ਕਰੇ, ਮੁੰਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਗਰੀਬੀ ਦੀ ਗੱਲ ਚੱਲਦੀ ਹੈ, ਪੈਸੇ ਦੀ ਗੱਲ ਚੱਲਦੀ ਹੈ,
ਅੱਜ ਜਿਨ੍ਹਾਂ ਮਹਾਂਪੁਰਖਾਂ ਦੀ ਤੁਸੀਂ ਗੱਲ ਕਰਦੇ ਰਹਿੰਦੇ ਹੋ, ਬਾਬਾ ਜਰਨੈਲ ਸਿੰਘ ਜੀ ਖਾਲਸਾ, ਕਦੇ ਉਹਨਾਂ ਦੇ ਜੀਵਨ ਬਾਰੇ ਦੇਖਿਆ? ਹਾਲ ਤੱਕ ਉਹਨਾਂ ਦਾ ਘਰ ਨਹੀਂ ਬਣਿਆ ਹੋਇਆ, ਕਿੱਕਰਾਂ ਹੀ ਖੜੀਆਂ ਹੋਣਗੀਆਂ ਉੱਥੇ ਹਲੇ ਵੀ। ਉਹਨਾਂ ਨੇ 24-24 ਘੰਟੇ ਬਾਅਦ ਅੱਧੀ ਰੋਟੀ ਤੇ ਗੁਜ਼ਾਰਾ ਕੀਤਾ ਸੀ। ਰੋਟੀ ਖਾਣ ਨੂੰ ਸੀ, ਸਾਹਮਣੇ ਮਹਾਰਾਜ ਖੜ ਜਾਂਦੇ ਸੀ, ਜਰਨੈਲ ਸਿੰਘ ਮਾਇਆ ਮੰਗ ਲੈ। ਕਹਿੰਦੇ ਬਾਪੂ ਜੀ ਸਿੱਖੀ ਦੇ ਦਿਓ, ਨਾਮਦਾਨ ਦੇ ਦਿਓ, ਮਾਇਆ ਨਹੀਂ ਮੰਗਣੀ। ਮਹਾਰਾਜ ਕਹਿੰਦੇ ਚੰਗਾ ਹੋਰ ਪਰਖ ਲੈਂਦੇ ਆ, ਫਿਰ ਹੋਰ ਪਰਖ ਲੈਂਦੇ ਆ, ਫਿਰ ਹੋਰ ਪਰਖ ਲੈਂਦੇ ਆ। ਇੰਨੀ ਜ਼ਿਆਦਾ ਪਰਖ ਲਈ ਸੱਚੇ ਪਾਤਸ਼ਾਹ ਨੇ, ਪਰ ਡੋਲੇ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੀ ਪਰਖ ਲੈਂਦੇ ਨੇ। ਸਿੱਖੀ ਕੋਈ ਅਮੀਰੀ ਦੇ ਨਾਲ ਨਹੀਂ ਪਲਦੀ। ਅਮੀਰੀ ਵਿੱਚ ਤਾਂ ਐਸ਼ੋ ਇਸ਼ਰਤ ਹੁੰਦੀ ਹੈ, ਸਿੱਖੀ ਤਾਂ ਗਰੀਬੀ 'ਚ ਹੀ ਪਲਦੀ ਹੈ। ਗਰੀਬ ਰਹਿ ਕੇ ਹੀ ਸਿੱਖੀ ਪਲਦੀ, ਪਰ ਜੇ ਨਿਮਰਤਾ ਗਰੀਬੀ ਮਨ ਦੀ ਵੀ ਹੋਵੇ, ਸੁਤੇ ਸਿੱਧ ਮਾਇਆ ਆ ਜੇ, ਉਹ ਅਲੱਗ ਚੀਜ਼ ਹੈ। ਪਰ ਮਹਾਰਾਜ ਕਹਿੰਦੇ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਕਿਉਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦੇ ਰਹੇ ਮੁਲਾਣੇ ਨੂੰ ਤੇ ਨਾਲ ਸਾਨੂੰ ਵੀ। ਪਾਲਣ ਸੁਤ ਬਹੁ ਲਾਡ ਲਡਾਵਨਾ, ਸੋ ਪੁੱਤਰ ਨੂੰ ਪਾਲਣਾ, ਲਾਡ ਲਡਾਉਣੇ ਸਾਰਾ ਦਿਨ। ਨਿਸ ਦਿਨ ਹਿਤ ਸੋ ਹੇਤ ਵਡਾਵਨਾ, ਰਾਤ ਦਿਨ ਫਿਰ ਮੋਹ ਵਧਾਉਣਾ ਆਪਣੇ ਬੱਚਿਆਂ ਨਾਲ। ਠੀਕ ਹੈ, ਪਿਆਰ ਕਰਨਾ ਚਾਹੀਦਾ, ਫੁਲਵਾੜੀ ਨੂੰ ਸੰਭਾਲਣਾ ਚਾਹੀਦਾ। 4 ਸਾਹਿਬਜ਼ਾਦੇ 10ਵੇਂ ਪਾਤਸ਼ਾਹ ਦੇ ਵੀ ਸੀ। ਮਹਾਰਾਜ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸੀ। ਬੀਬੀ ਵੀਰੋ ਜੀ ਵੀ ਸੀਗੇ। ਇਹ ਤਾਂ ਨਹੀਂ ਉਹ ਗ੍ਰਸਤੀ ਨਹੀਂ ਸੀਗੇ, ਪਾਲੇ ਤਾਂ ਹੈ ਨਾ ਸਾਰੇ। ਪਰ ਇੰਨਾ ਜ਼ਿਆਦਾ ਮੋਹ ਕਰਨਾ, ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਮੋਹ ਵਿੱਚ ਫਸ ਕੇ ਸਾਰਾ ਕੁਝ ਤਿਆਗ ਦੇਣਾ, ਧਰਮ ਦਾ ਤਿਆਗ ਕਰ ਦੇਣਾ। ਮਨੁੱਖਾ ਜਨਮ ਵੀ ਲਿਆ, ਸਿੱਖਾਂ ਦੇ ਘਰੇ ਆਏ ਵੀ, ਫੇਰ ਬੇਅਮਰਤੀਏ ਚਲੇ ਜਾਈਏ, ਫੇਰ ਤਾਂ ਮਨੁੱਖਾ ਜਨਮ ਨਾ ਲੈਣਾ ਹੀ ਚੰਗਾ ਸੀ। ਉਹਦਾ ਕੀ ਫਾਇਦਾ ਹੋਇਆ ਆਪਾਂ ਨੂੰ? ਮਨੁੱਖਾ ਜਨਮ ਲੈ ਕੇ ਉਲਟੇ ਲੇਖੇ ਵਧਾ ਕੇ ਜਾਣ ਦਾ ਕੀ ਫਾਇਦਾ ਸੀ? ਸਵਾਦ ਤਾਂ ਸੀ ਕਿ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਕੋਈ ਲੇਖਾ ਪੁੱਛੇ ਨਾ ਅੱਗੇ ਜਾ ਕੇ, ਪਰਲੋਕ ਸਾਡਾ ਭਲਾ ਹੋਵੇ। ਕਰਨ ਨੂੰ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਸੀ, ਪਰ ਇਹ ਲਾਈਨ ਹੀ ਕਿਉਂ ਚੁਣੀ? ਇਹ ਲਾਈਨ ਇਸੇ ਕਰਕੇ ਚੁਣੀ ਕਿ ਸਿੱਖੀ ਦਾ ਪ੍ਰਚਾਰ ਕਰਨਾ। ਮਹਾਰਾਜ ਦੀ ਕਿਰਪਾ ਨਾਲ ਸੋ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਤੇ ਸਤਿਗੁਰੂ ਦੀ ਖੁਸ਼ੀ ਹੁੰਦੀ ਆ। ਸਾਰੇ ਆਪੋ ਆਪਣੇ ਘਰਾਂ 'ਚ ਬੈਠੇ ਨੇ, ਪਰ ਕਿਸੇ ਦੇ ਮਨ ਵਿੱਚ ਕਦੇ ਹੀ ਚਾਅ ਆਉਂਦਾ ਕਿ ਮੈਂ ਪ੍ਰਚਾਰ ਕਰਨਾ। ਜਿਵੇਂ ਬਹੁਤਾ ਜ਼ਿਆਦਾ ਚਾਅ ਸੀ ਪ੍ਰਚਾਰ ਦਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ। 37 ਨਗਰ ਕੀਰਤਨ ਥਾਂ ਥਾਂ ਕੱਢਣੇ, ਸਿੱਖੀ ਦਾ ਪ੍ਰਚਾਰ ਕਰਨਾ, 14 ਕਥਾ ਦਿਹਾੜੀ ਦੀਆਂ ਕਰਨੀਆਂ, ਮਾਹਨੇ ਰਖਾਉਂਦੀਆਂ ਨੇ। ਪਿੰਡਾਂ ਪਿੰਡਾਂ ਜਾਣਾ ਇੱਕ ਸ਼ੌਂਕ ਸੀ ਉਹਨਾਂ ਨੂੰ ਪ੍ਰਚਾਰ ਦਾ। ਸਾਨੂੰ ਵੀ ਕਹਿਣਾ ਸਿੰਘੋ 10ਵੇਂ ਪਾਤਸ਼ਾਹ ਦੀ ਖੁਸ਼ੀ ਲੈਣੀ, ਪ੍ਰਚਾਰ ਕਰਿਆ ਕਰੋ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੀ ਸਮਝਾਉਂਦੇ ਨੇ। ਇਸ ਤਰ੍ਹਾਂ ਤਾਂ ਸਾਰੇ ਜੀ ਜੰਤ ਵੀ ਕਰ ਲੈਂਦੇ ਨੇ, ਆਪਣੇ ਬਾਲ ਬੱਚੇ ਨੂੰ ਪਿਆਰ ਹਰ ਕੋਈ ਕਰਦਾ, ਪਰ ਮੁੱਖ ਚੀਜ਼ ਜਿਹੜੀ ਆ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਨ ਕੇ ਤੇਰੀ ਬਰੀਆ, ਔਰ ਕਾਜ ਤੇਰਾ ਕਿਤਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਵਿਦ ਬਿਤੀ ਆਰ ਬਲ ਸਾਰੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬੰਦੇ ਦੀ ਸਾਰੀ ਉਮਰ ਇਹਨਾਂ ਕੰਮਾਂ ਕਾਰਾਂ 'ਚ ਨਿਕਲ ਜਾਂਦੀ ਹੈ। ਪੱਲੇ ਤਾਂ ਕੁਛ ਨਹੀਂ ਜੇ ਆਪਾਂ ਹੁਣ ਵੀ ਆਪਣੀ ਜ਼ਿੰਦਗੀ ਦਾ ਨਿਚੋੜ ਕੱਢ ਕੇ ਦੇਖੀਏ। ਭਾਈ ਅੱਗੇ ਸਾਖੀ ਆਉਣੀ ਚੱਲ ਕੇ ਇੱਕ ਜਗ੍ਹਾ ਪਿੰਡ ਦੇ ਬਾਹਰ ਸਜੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਟਹਿਲ ਰਹੇ ਨੇ। ਬਾਹਰ ਜੇ ਇੱਕ ਕਬਰਾਂ ਜੀ ਦੇ ਉੱਤੇ ਲਿਖਿਆ ਹੋਇਆ 9 ਸਾਲ, 8 ਸਾਲ, 3 ਸਾਲ, 2 ਸਾਲ, ਕਿਸੇ ਇੱਕ ਤੇ ਹੀ ਲਿਖਿਆ 20 ਸਾਲ, 15 ਸਾਲ। ਭਾਈ ਮਰਦਾਨਾ ਕਹੇ ਮਹਾਰਾਜ ਇਹ ਪਿੰਡ ਦੇ ਲੋਕ ਇੰਨੀ ਛੋਟੀ ਉਮਰ ਦੇ ਆ, ਜਲਦੀ ਚੜ੍ਹਾਈ ਕਰ ਜਾਂਦੇ ਹੋਣੇ। ਕਹਿੰਦੇ ਚੱਲ ਮਰਦਾਨਾ ਪਿੰਡ ਵਾਲਿਆਂ ਨੂੰ ਪੁੱਛਦੇ ਆ। ਬਜ਼ੁਰਗਾਂ ਕੋਲ ਗਏ। ਕਹਿੰਦੇ ਬਜ਼ੁਰਗੋ ਬਾਹਰ ਤੁਹਾਡੇ ਲਿਖਿਆ ਹੋਇਆ ਕਬਰਾਂ ਦੇ ਉੱਤੇ ਉਮਰਾਂ ਦਾ ਹਿਸਾਬ 2 ਸਾਲ, ਤੁਸੀਂ ਦੇਖਣ ਨੂੰ ਕੋਈ 80 ਸਾਲ ਦਾ ਲੱਗਦਾ, ਕੋਈ 90 ਦਾ ਲੱਗਦਾ, ਕੀ ਕਾਰਨ ਹੈ? ਇੱਕ ਸਿਆਣਾ ਬਜ਼ੁਰਗ ਖੜਾ ਹੋ ਗਿਆ ਹੱਥ ਜੋੜ ਕੇ, ਮਹਾਰਾਜ ਬੇਨਤੀ ਐਸੀ ਹੈ, ਇੱਥੇ ਸਤਸੰਗ ਘਰ ਬਣਿਆ ਹੋਇਆ ਸਾਡਾ,
ਜਿਹੜਾ ਬੰਦਾ ਸਤਸੰਗਤ ਵਿੱਚ ਜਿੰਨਾ ਚਿਰ ਜਾਂਦਾ ਉਹ ਬਹੀ ਖਾਤੇ ਲੱਗੇ ਹੋਏ ਨੇ, ਰਜਿਸਟਰ ਹੁੰਦੇ ਸੀ ਪੁਰਾਣੇ ਬਹੀ ਖਾਤੇ ਕਹਿੰਦੇ, ਮਹਾਰਾਜ ਜੀ ਉਹਦੇ ਉੱਤੇ ਉਹਦਾ ਉਨਾ ਚਿਰ ਲਿਖਿਆ ਜਾਂਦਾ ਹੈ ਵੀ ਅੱਜ ਇਹ ਬੰਦਾ 1 ਘੰਟਾ ਸਤਸੰਗ ਚ ਆਇਆ, ਅੱਧਾ ਘੰਟਾ ਆਇਆ, 15 ਮਿੰਟ ਆਇਆ, 2 ਘੰਟੇ ਆਇਆ, 4 ਘੰਟੇ ਆਇਆ। ਜਦੋਂ ਬੰਦਾ ਚੜ੍ਹਾਈ ਕਰ ਜਾਂਦਾ 70, 80, 90 ਸਾਲ ਦਾ, 100 ਸਾਲ ਦਾ ਹੋ ਕੇ, ਤਾਂ ਫਿਰ ਉਹ ਸਾਰੀ ਕੈਲਕੂਲੇਸ਼ਨ ਕੱਢੀ ਜਾਂਦੀ ਹੈ ਉਹਦੀ। ਉਹ ਅਸੀਂ ਘੰਟਿਆਂ ਦੇ ਫਿਰ ਦਿਨ ਬਣਾਉਂਦੇ ਆ, ਰਾਤ ਬਣਾਉਂਦੇ ਆ, ਮਹੀਨੇ ਬਣਾਉਂਦੇ ਆ, ਸਾਲ ਬਣਾਉਂਦੇ ਆ। ਸਾਰੀ ਜ਼ਿੰਦਗੀ ਇਹ ਬੰਦਾ ਕੁੱਲ ਸਤਸੰਗ ਵਿੱਚ 3.5 ਸਾਲ ਆਇਆ, ਉਹਦੀ ਕਬਰ ਦੇ ਉੱਤੇ ਲਿਖਿਆ ਜਾਂਦਾ 3.5 ਸਾਲ ਉਮਰ ਦਾ ਹੈ। ਬਾਕੀ ਦੀ ਉਮਰ ਤਾਂ ਖਾਣ ਪੀਣ ਜਿਹੜੀ ਹੰਢਾਈ ਆ ਉਹ ਤਾਂ ਉਮਰ ਹੀ ਨਹੀਂ ਗਿਣੀ ਜਾਂਦੀ, ਉਹ ਤਾਂ ਪਸ਼ੂਆਂ ਦੇ ਤੁੱਲ ਹੈ। ਸੌਣਾ ਵੀ ਪਸ਼ੂਆਂ ਦਾ ਕੰਮ ਹੈ, ਬੰਦੇ ਦਾ ਵੀ। ਇਸੇ ਪ੍ਰਕਾਰ ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ, ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਨਿੰਦਰਾ ਭੋਜਨ ਭੋਗ ਭੈ ਯਹ ਪਸ ਪੁਰਖ ਸਮਾਨ, ਗਿਆਨ ਨਰਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਨ। ਗਿਆਨ ਤੋਂ ਬਿਨਾ ਇਨਸਾਨ ਪਸ਼ੂ ਦੀ ਨਹੀਂ ਗਿਣਿਆ ਜਾਂਦਾ। ਤਾਂ ਭਾਈ ਮਰਦਾਨਾ ਕਹਿੰਦਾ, ਤਾਂ ਵੀ ਮੈਂ ਕਹਾਂ ਵੀ ਉਮਰਾਂ ਛੋਟੀਆਂ ਕਿਉਂ ਲਿਖੀਆਂ? ਸਤਸੰਗੀ ਉਮਰ ਗਿਣੀ ਜਾਣੀ ਰੱਬ ਦੇ ਦਰ ਤੇ। ਜ਼ਿੰਦਗੀ 'ਚ ਕਿੰਨੀ ਵਾਰੀ ਗਿਆ, ਸਾਡੀਆਂ ਖਾਧੀਆਂ ਰੋਟੀਆਂ ਨਹੀਂ ਉੱਥੇ ਗਿਣੀਆਂ ਜਾਣੀਆਂ, ਉਹ ਰੋਟੀ ਗਿਣੀ ਜਾਣੀ ਜਿਹੜੀ ਅਸੀਂ ਕਿਸੇ ਨੂੰ ਖਵਾਈ ਹੈ। ਅਸੀਂ ਅੱਜ ਤੱਕ ਕਿੰਨੇ ਲੰਗਰ ਕੀਤੇ, ਕਿੰਨੀ ਰੋਟੀ ਖਵਾਈ ਕਿਸੇ ਨੂੰ, ਕਿੰਨਾ ਪਾਣੀ ਪਿਆਇਆ, ਉਹਦੇ ਬਦਲੇ ਤਾਂ ਕੁਝ ਮਿਲ ਸਕਦਾ। ਕਿੰਨਾ ਕੱਪੜਾ ਦਿੱਤਾ, ਕਿੰਨਾ ਦਸਵੰਧ ਕੱਢਿਆ, ਕਿੰਨਾ ਦਾਨ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਇੱਥੇ ਇਹੀ ਚੀਜ਼ ਸਮਝਾ ਰਹੇ ਹਨ। ਅੰਤ ਸਮਾਂ ਗਮਨਿਓ ਕਰ ਝਾਰੀ, ਅੰਤ ਨੂੰ ਆਪਣੇ ਹੱਥ ਝਾੜ ਕੇ ਦੋਵੇਂ ਚੱਲੇ ਜਵਾਰੀ, ਦੋਏ ਹੱਥ ਝਾੜ ਚਲਿਆ ਗਿਆ। ਤਾਂ ਤੇ ਮਨ ਸਮਝੋ ਵਸ ਰੀਤੀ, ਇਸ ਕਰਕੇ ਮਨ ਦੇ ਅੰਦਰ ਇਹ ਰੀਤੀ ਨੂੰ ਜਾਣ ਲਓ। ਜਨਮ ਅਕਾਰਤ ਬਿਨ ਹਰ ਪ੍ਰੀਤੀ, ਹਰੀ ਦੀ ਪ੍ਰੀਤੀ ਤੋਂ ਬਿਨਾ ਇਹ ਜਨਮ ਜਿਹੜਾ ਹੈ ਬੰਦੇ ਦਾ, ਜੇ ਪ੍ਰਮਾਤਮਾ ਨਾਲ ਪਿਆਰ ਨਹੀਂ ਬਣਿਆ, ਇਹ ਜਨਮ ਬੇਅਰਥ ਹੀ ਚਲਿਆ ਗਿਆ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਨੌਵੇਂ ਪਾਤਸ਼ਾਹ ਪੁਕਾਰ ਪੁਕਾਰ ਕੇ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮਿਆ ਕਾਰਥ ਕੀਨ, ਕਹੋ ਨਾਨਕ ਹਰਿ ਭਜ ਮਨਾ, ਜੇ ਵਿਦ ਜਲ ਕੋ ਮੀਨ। ਮਹਾਰਾਜ ਕਹਿੰਦੇ, ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜਰੇ, ਕਿਉ ਨਾ ਹਰ ਕੋ ਨਾਮ ਲੈ, ਮੂਰਖ ਨਿਲਾਜਰੇ। ਮੂਰਖਾ, ਨਿਲੱਜਾ, ਬੇਸ਼ਰਮਾ, ਰੱਬ ਦਾ ਨਾਮ ਕਿਉਂ ਲੈਂਦਾ? ਕਿਉਂ ਜ਼ਿੰਦਗੀ ਬਰਬਾਦ ਕਰ ਰਿਹਾ? ਕਿਉਂ ਜ਼ਿੰਦਗੀ ਲੰਘਾ ਰਿਹਾ? ਸਵਾਸ ਇਹਨਾਂ ਪੈਸਿਆਂ 'ਚ, ਇਹਨਾਂ ਪਦਾਰਥਾਂ 'ਚ ਖਤਮ ਹੋ ਰਹੇ ਨੇ। ਇੱਕ ਇੱਕ ਸਵਾਸ ਨੂੰ ਆਪਣੇ ਨੂੰ ਸੰਭਾਲ ਕੇ ਚੱਲੋ। ਏਤ ਪਦਾਰਥ ਮੁੱਲ ਜੇ ਸਵਾਸਾ, ਇਹ ਜਿਹੜਾ ਪਦਾਰਥ ਨੇ ਨਾ, ਇਹ ਪਦਾਰਥਾਂ ਦੇ ਆਪਾਂ ਲਾਣੇ ਸਵਾਸ ਨੇ, ਅਮੋਲਕ। ਪਦਾਰਥਾਂ ਵਾਸਤੇ ਸਵਾਸ ਖਰਾਬ ਕਰਦੇ ਆ। ਸਵਾਸ ਸਾਡੇ ਨਿਕਲ ਰਹੇ ਨੇ, 24,000 ਸਵਾਸ, ਉਹਨਾਂ ਨੇ ਨਿਕਲ ਜਾਣਾ, ਲਿਹਾਜ਼ ਨਹੀਂ ਕਰਨਾ। ਕੱਲ ਨਾਲੋਂ ਅੱਜ ਆਪਣੀ ਉਮਰ, ਕੱਲ ਸ਼ਾਮ ਨੂੰ 7 ਵਜੇ ਤੋਂ ਲੈ ਕੇ ਹੁਣ ਤੱਕ 24 ਘੰਟੇ ਉਮਰ ਘਟ ਗਈ, ਕੋਈ ਵਧੀ ਨਹੀਂ ਆਪਣੀ ਉਮਰ ਕੱਲ ਦੀ। ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣਨਾ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਧਰਮ ਰਾਜਾ ਕਹਿੰਦਾ ਛੋਟਾ ਹੋ ਰਿਹਾ। ਕਹਿੰਦਾ ਇਹ 5 ਸਾਲ ਦਾ ਹੋ ਗਿਆ, ਕਹਿੰਦਾ ਬਾਕੀ ਰਹਿ ਗਏ 75, 80 ਚੋਂ। ਮਾਂ ਖੁਸ਼ ਹੁੰਦੀ ਮੇਰਾ ਪੁੱਤਰ ਹੁਣ 50 ਸਾਲ ਦਾ ਹੋ ਗਿਆ, ਧਰਮਰਾਜ ਕਹਿੰਦਾ 30 ਰਹਿ ਗਏ ਹੋਰ। ਉਹ ਆਪਣੀ ਗਿਣਤੀ ਕਰਦਾ, ਉਹ ਉਲਟੀ ਗਿਣਤੀ ਸ਼ੁਰੂ ਕੀਤੀ ਬੈਠਾ ਇਹਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਮੋਲਕ ਸਵਾਸ ਪਦਾਰਥਾਂ ਦੇ ਬਦਲੇ ਸੌਂ ਕੇ, ਖਾ ਪੀ ਕੇ, ਬੈਸਤ 12 ਚਲਤੇ 18, ਸੋਵਤ ਚਾਲੈ 30, ਮੈਥਨ ਕਰਤੇ 64 ਚਾਲੈ, ਕਿਉਂ ਨਾ ਭਜੈ ਜਗਦੀਸ਼। ਕਹਿੰਦੇ ਜਗਦੀਸ਼ ਦਾ ਭਜਨ ਕਿਉਂ ਨਹੀਂ ਕਰਦਾ ਤੂੰ? ਸਵਾਸ ਤਾਂ ਤੇਰੇ ਸਾਰੇ ਖਰਾਬ ਹੋ ਰਹੇ ਨੇ। ਗਇਓ ਹਾਰ ਅਸ ਢਾਲਿਓ ਪਾਸਾ, ਇਹੋ ਜਿਹਾ ਪਾਸਾ ਢਾਲਿਆ ਵੀਰ ਤੂੰ ਤਾਂ, ਇਹੋ ਜਿਹਾ ਪਾਸਾ ਸੁੱਟਿਆ, ਹਾਰ ਕੇ ਚਲਿਆ ਗਿਆ। ਜੇ ਹਾਰ ਨਹੀਂ ਸੀ
ਕੀ ਫਾਇਦਾ ਹੋਇਆ ਮਨੁੱਖ ਬਣਨ ਦਾ। ਜਾਵੇ ਸਤੇ ਔਰ ਸਮਝਨ ਸੋ ਆਵੈ। ਸੋ ਜਦੋਂ ਇਹਨੂੰ ਸਮਝ ਆਉਂਦੀ ਹੈ ਮਨ ਦੇ ਅੰਦਰ, ਤਬ ਮਨ ਵਿਸਿਆਂ ਤੇ ਉਲਟਾਵੈ। ਤਾਂ ਮਨ ਵਿਸ਼ਿਆਂ ਵਿਕਾਰਾਂ ਤੋਂ ਉਲਟਦਾ, ਫਿਰ ਉਧਰੋਂ ਹਟ ਜਾਂਦਾ। ਜਦੋਂ ਕੋਈ ਨੂੰ ਸਮਝ ਪੈਂਦੀ ਹੈ ਸਤ ਸੰਗਤ ਕਰਕੇ, ਕਰਹਿ ਬੰਦਗੀ ਪੇਸ਼ ਖੁਦਾਏ। ਉਸ ਵਕਤ ਅਕਾਲ ਪੁਰਖ ਦੇ ਚਰਨਾਂ 'ਚ ਜਾ ਕੇ ਪੈਂਦਾ, ਬੰਦਗੀ ਕਰਦਾ। ਮਹਾਰਾਜ ਮੈਨੂੰ ਤਾਂ ਸਮਝ ਹੀ ਨਹੀਂ ਸੀ, ਸਵਾਸ ਵਾਕਈ ਇਸ ਤਾਂ ਖਰਾਬ ਕਰੀ ਜਾਂਦੇ ਆ, ਕਿਉਂਕਿ ਜਿਹੜਾ ਸਵਾਸ ਹੁਣ ਨਿਕਲ ਰਿਹਾ ਇੱਕ ਇੱਕ ਕਰਕੇ ਘਟੀ ਜਾਂਦਾ। ਤਾਈਓ ਕਹੀਦਾ ਜਦ ਕਥਾ ਸੁਣਦੇ ਹੋ ਤਾਂ ਵਾਹਿਗੁਰੂ ਮੰਤਰ ਨਾਲ ਮੂੰਹ 'ਚ ਕਰੀ ਜਾਇਆ ਕਰੋ, ਇਹ ਡਬਲ ਫਾਇਦਾ ਹੋ ਜਾਣਾ ਆਪਾਂ ਨੂੰ। ਕਥਾ ਤਾਂ ਕੰਨਾਂ ਨੇ ਸੁਣਨੀ, ਜ਼ੁਬਾਨ ਤਾਂ ਖਾਲੀ ਹੋਈ ਹੈ। ਹਿਰਦੇ 'ਚ ਵਾਹਿਗੁਰੂ, ਜ਼ੁਬਾਨ ਤੇ ਵਾਹਿਗੁਰੂ, ਔਰ ਕੰਨਾਂ ਦੇ ਵਿੱਚ ਗੁਰੂ ਦੀ ਕਥਾ, ਅੱਖਾਂ ਨਾਲ ਗੁਰਾਂ ਦੇ ਦਰਸ਼ਨ ਕਰੋ। ਜੋ ਮੈਂ ਤੁਮ ਸੋ ਕਹੋ ਸੁਨਾਏ। ਸੋ ਜਿਵੇਂ ਮੈਂ ਤੁਹਾਨੂੰ ਕਹਿ ਕੇ ਸੁਣਾਉਂਦਾ ਹਾਂ, ਉਹ ਸਾਰਾ ਹਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੇ ਰਾਹੀਂ ਸੁਣਾ ਰਹੇ ਹਨ। ਤਿਲੰਗ ਮਹੱਲਾ ਪਹਿਲਾ। ਯਕ ਅਰਜ ਗੁਫਤਮ ਪੇਸਤੋ ਦਰਗੋਸ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਸ਼ੁਰੂ ਕੀਤਾ। ਤਿਲੰਗ ਰਾਗ ਦੇ ਵਿੱਚ ਪਹਿਲੇ ਘਰ ਦੇ ਵਿੱਚ ਯਕ ਅਰਜ ਗੁਫਤਮ ਪੇਸਤੋ ਦਰਗੋਸ ਕੁਨ ਕਰਤਾਰ। ਇੱਕ ਅਰਜ ਕਰਦਾ ਹਾਂ ਤੁਹਾਡੇ ਅੱਗੇ, ਕੰਨ ਦੇ ਕੇ ਕਿਰਪਾ ਕਰਕੇ ਸੁਣੋ, ਧਿਆਨ ਦੇ ਕੇ ਦੇ ਕੰਨ ਸੁਣੋ। ਅਰਦਾਸ ਜੀ ਬਾਣੀ 'ਚ ਵੀ ਹੋਰ ਪੰਕਤੀਆਂ ਵੀ ਆਈਆਂ ਹਨ, ਹੁਣ ਕਵੀ ਜੀ ਆਪ ਅਰਥ ਕਰਦੇ ਹਨ। ਦੋਹਰਾ ਅਰਜ ਕਹੋ ਅਗਰਜ ਪ੍ਰਭੂ ਸੁਣੀਏ ਦਇ ਕਰ ਕਾਨ। ਹੇ ਵਾਹਿਗੁਰੂ ਜੀ, ਮੈਂ ਅਰਜ ਕਰਦਾ, ਬੇਨਤੀ ਕਰਦਾ ਹਾਂ ਜੀ, ਕਿਰਪਾ ਕਰਕੇ ਕੰਨ ਦੇ ਕੇ, ਧਿਆਨ ਦੇ ਕੇ ਮੇਰੀ ਬੇਨਤੀ ਸੁਣੋ। ਹੱਕ ਕਬੀਰ ਕਰੀਮ ਤੂੰ ਦੇਹੋ ਨਾਮ ਕੋ ਦਾਨ। ਤੁਸੀਂ ਜੋ ਹੋ ਹੱਕਾ ਤੋਂ ਭਾਵ ਸੱਚ, ਕਬੀਰ ਤੋਂ ਭਾਵ ਵੱਡਾ, ਕਰੀਮ ਤੋਂ ਭਾਵ ਮਿਹਰਾਂ ਵਾਲਾ। ਤੁਸੀਂ ਹੋ ਹੱਕਾ ਕਬੀਰ ਕਰੀਮ ਤੂੰ, ਹੱਕ ਕਬੀਰ ਕਰੀਮ ਤੂੰ ਦੇਹੋ ਨਾਮ ਕੋ ਦਾਨ। ਕਿਰਪਾ ਕਰੋ, ਤੁਸੀਂ ਸੱਚੇ ਹੋ, ਵੱਡੇ ਹੋ, ਮਿਹਰਾਂ ਵਾਲੇ ਹੋ, ਮੈਨੂੰ ਕਿਰਪਾ ਕਰਕੇ ਦੇ ਦਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰਹਿ ਬੰਦਗੀ ਤਨ ਮਨ ਦੀਨਾ। ਸੋ ਕਿਰਪਾ ਕਰੋ, ਕਰਹਿ ਬੰਦਗੀ, ਬੰਦਗੀ ਕਰੀਏ ਅਸੀਂ, ਤਨ ਮਨ ਜਿਹੜਾ ਹੈ ਉਹ ਦੇ ਕਰਕੇ, ਆਪਣੇ ਗੁਰੂ ਨੂੰ ਭੇਟਾ ਕਰਕੇ। ਨਾਮ ਸੋ ਜਾਚ ਹੈ ਹੋਏ ਅਧੀਨਾ। ਅਧੀਨ ਹੋ ਕੇ ਨਿਮਰਤਾ ਨਾਲ, ਬਹੁਤ ਗਰੀਬੀ ਨਾਲ ਨਾਮ ਦਾ ਦਾਨ ਮੰਗਣਾ ਹੈ। ਮਹਾਰਾਜ ਕਿਰਪਾ ਕਰ ਦਿਓ, ਨਾਮ ਦੀ ਦਾਤ ਦੇ ਦਿਓ। ਹੋਰ ਤਾਂ ਸਭ ਕੁਝ ਬਖਸ਼ਿਆ ਆਪ ਨੇ, ਜਿਵੇਂ ਹੋਰ ਪਦਾਰਥ ਮੰਗਦੇ ਆ। ਬਹੁਤ ਸਾਰੇ ਲੋਕ ਅਰਦਾਸ ਕਰਦੇ ਨੇ, ਉਹ ਵੀ ਤਾਂ ਇਸ ਤਰ੍ਹਾਂ ਹੀ ਕਰਦੇ ਅਧੀਨਗੀ ਨਾਲ। ਸੱਚੇ ਪਾਤਸ਼ਾਹ ਸਾਨੂੰ ਆਹ ਦਿਓ, ਆਹ ਦਿਓ। ਮਹਾਰਾਜ ਕਹਿੰਦੇ ਨੇ ਨਾਮਦਾਨ ਵੀ ਮੰਗੋ। ਦੀਨ ਬੰਦ ਤਬ ਕਰੁਣਾ ਧਾਰੈ। ਸੋ ਦੀਨ ਗਰੀਬਾਂ ਦਾ ਜੋ ਬੰਧਪ ਹੈ ਉਦੋਂ ਕਿਰਪਾ ਕਰਦਾ ਜਦੋਂ ਅਰਦਾਸ ਕਰੀਏ। ਇਹ ਕਰ ਨਾਮ ਦਾਸ ਨਿਸਤਾਰੈ। ਨਾਮ ਦੀ ਦਾਤ ਦੇ ਕਰਕੇ ਆਪਣੇ ਦਾਸਾਂ ਨੂੰ ਨਿਸਤਾਰ, ਨਿਸਪ੍ਰਪੰਚ ਤੋਂ, ਸੰਸਾਰ ਤੋਂ ਤਾਰਦਾ ਹੈ। ਨਾਮ ਇੱਕ ਤਾਂ ਹੁੰਦਾ ਪੰਜ ਪਿਆਰਿਆਂ ਨੇ ਦੇਣਾ, ਪੰਜ ਪਿਆਰਿਆਂ ਨੇ ਵਾਹਿਗੁਰੂ 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 ਨਾਮ ਬਖਸ਼ਿਸ਼ ਕਰਨਾ, ਇਹਦਾ ਦ੍ਰਿੜ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ, ਨਿਤਨੇਮ ਕਰਨਾ। ਇੱਕ ਫਿਰ ਜਿਹੜੀ ਬਖਸ਼ਿਸ਼ ਹੁੰਦੀ ਹੈ, ਜਿਵੇਂ ਇੱਕ ਅੱਖਰ ਹੈ, ਅੱਖਰ ਨੇ ਫਿਰ ਜਦੋਂ ਆਪਣਾ ਪ੍ਰਕਾਸ਼ ਧਾਰਿਆ, ਉਹ ਪ੍ਰਕਾਸ਼ ਸਤਿਗੁਰੂ ਦਿੰਦੇ ਨੇ। ਜਿਵੇਂ ਆਪਾਂ ਮੰਗੀ ਇਹ ਚੀਜ਼, ਮੈਨੂੰ ਆਪਾਂ ਕਹਿੰਦੇ ਪ੍ਰਸਾਦ ਦੇ ਦਿਓ, ਪ੍ਰਸਾਦ ਦੇ ਦਿਓ। ਹੁਣ ਪ੍ਰਸਾਦ ਅੱਖਰ ਹੈ, ਪਰ ਜਦੋਂ ਪ੍ਰਸਾਦ ਸਾਡੇ ਹੱਥ ਤੇ ਰੱਖਿਆ ਗਿਆ ਉਦੋਂ ਸਾਨੂੰ ਕੀ ਹੋਇਆ? ਪ੍ਰਸਾਦ ਪ੍ਰਾਪਤ ਹੋਇਆ। ਪ੍ਰਸਾਦ ਇੱਕ ਤਾਂ ਹੈ ਅੱਖਰ, ਇੱਕ ਹੈ ਪ੍ਰਸਾਦ ਜਦੋਂ ਹੱਥ ਤੇ ਟਿਕ ਗਿਆ,
ਇੱਕ ਹੈ ਜੋ ਮੁੱਖ ਵਿੱਚ ਪੈ ਗਿਆ ਫੇਰ ਆਨੰਦ ਆਇਆ, ਜਿਵੇਂ ਸਵੇਰ ਦੀ ਕਥਾ 'ਚ ਆਇਆ ਸੀ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਫਿਰ ਉਹ ਮੁੱਖ 'ਚ ਜਾਂਦਾ, ਫਿਰ ਅੰਦਰ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਪੰਜਾਂ ਪਿਆਰਿਆਂ ਨੇ ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਨਾਮ ਦੀ ਦਾਤ ਦਿੱਤੀ ਹੈ ਅੱਖਰਾਂ ਕਰਕੇ, ਜਿਹੜੀ ਅੱਖਰਾਂ ਕਰਕੇ ਅਸੀਂ ਪੰਜਾਂ ਪਿਆਰਿਆਂ ਤੋਂ ਨਾਮ ਲਿਆ। ਵਾਹਿਗੁਰੂ ਕਹਿਣਾ ਭਾਈ, ਵਾਹਿਗੁਰੂ ਉਹਦਾ ਨਾਮ ਹੈ। ਫਿਰ ਅਸੀਂ ਜਦੋਂ ਗੁਰਾਂ ਦੇ ਅੱਗੇ ਬੇਨਤੀ ਕਰਦੇ ਹਾਂ, ਮਹਾਰਾਜ ਨਾਮ ਦੀ ਦਾਤ ਬਖਸ਼ੋ। ਸਤਿਗੁਰੂ ਕਹਿੰਦੇ ਹੋਰ ਅਭਿਆਸ ਕਰ। ਜਿਉਂ-ਜਿਉਂ ਅਸੀਂ ਵਾਹਿਗੁਰੂ 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 ਕਹਿੰਦੇ ਆ, ਫਿਰ ਸਤਿਗੁਰੂ ਕੀ ਕਰਦੇ ਨੇ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਉਹ ਕਿਣਕਾ ਫਿਰ ਸਤਿਗੁਰੂ ਦਿੰਦੇ ਨਾਮ ਦਾ, ਬਹੁਤ ਬਰੀਕ ਜਿਹਾ ਕਿਣਕੇ ਵਾਂਗੂ ਪ੍ਰਕਾਸ਼, ਜਿਹੜਾ ਸਾਡੇ ਹਿਰਦੇ 'ਚ ਸਮਾ ਜਾਂਦਾ, ਜਿੱਥੇ ਗੁਰਾਂ ਦੀ ਕਿਰਪਾ ਹੋ ਜਾਂਦੀ ਹੈ, ਅਤੇ ਉਸੇ ਕਰਕੇ ਹੀ ਸਾਰਾ ਪ੍ਰਕਾਸ਼ ਹੋ ਜਾਂਦਾ, ਜਗਮਗ ਜਗਮਗ ਹੁੰਦੀ ਹੈ। ਤੇ ਸਤਿਗੁਰੂ ਫਿਰ ਖੁਸ਼ ਹੋ ਕੇ ਸਿੱਖ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਉਸ ਰੂਪ ਵਿੱਚ ਨਾਮੀ ਦੇ ਨਾਲ ਸਾਡਾ ਮਿਲਾਪ ਹੁੰਦਾ। ਆਤਮਾ ਵੀ ਉਹੀ ਹੈ ਤੇ ਪਰਮਾਤਮਾ ਵੀ ਉਹੀ ਹੈ। ਆਤਮਾ ਦੇ ਤੇ ਪਰਮਾਤਮਾ ਦਾ ਆਪਸ ਵਿੱਚ ਮਿਲਾਪ ਹੁੰਦਾ। ਸਵੇਰੇ ਆਇਆ ਸੀ, ਸੋ ਤਵੰਗ ਪਦ ਤਤ ਪਦ ਅਤੇ ਤਵੰਗ ਪਦ ਤਤ ਪਦ ਦਾ ਮਿਲਾਪ, ਭਾਵ ਜੀਵ ਤੇ ਈਸ਼ਵਰ ਦੀ ਮਿਲਾਪਤਾ ਆਪਸ ਵਿੱਚ ਨਾਮ ਦੇ ਨਾਲ, ਨਾਮ ਦਾ ਅਭਿਆਸ ਕਰਕੇ। ਇੰਨਾ ਰੌਲਾ ਜੋ ਪਾਇਆ ਸਾਰਿਆਂ ਨੇ, ਆਹ ਨਹੀਂ ਠੀਕ ਉਹ ਨਹੀਂ ਠੀਕ, ਅਭਿਆਸ ਕਰਕੇ ਨਾਮ ਦੀ ਦਾਤ ਲੈ ਕੇ ਅੰਦਰਲੀਆਂ ਅੱਖਾਂ ਖੋਲ ਕੇ ਚਾਨਣ ਕਰ ਲਓ ਆਪਣੇ ਅੰਦਰ, ਤੇ ਖੁਦੇ ਦੇਖ ਲਓ ਸਾਰਾ ਕੁਝ। ਲੋੜ ਨਹੀਂ ਕਿਸੇ ਨੂੰ ਕਹਿਣ ਦੀ ਕਿ ਆਹ ਐ ਨਹੀਂ ਠੀਕ, ਆਹ ਐ ਨਹੀਂ ਠੀਕ। ਇੰਨੀ ਹਿੰਮਤ ਤਾਂ ਹੈ ਨਹੀਂ ਕਰਨ ਦੀ, ਤੇ ਊਂ ਰੌਲਾ ਪਾਈ ਜਾਣਾ। ਇੰਨੀ ਹਿੰਮਤ ਤਾਂ ਜੇ ਰੌਲਾ ਪਾਉਣ ਦੀ, ਅਭਿਆਸ ਕਰੋ, ਸੱਚਾਈ ਆਪੇ ਜਾਣੋ ਕਿ ਅਸਲ ਵਿੱਚ ਸੱਚਾਈ ਸਾਰੀਆਂ ਚੀਜ਼ਾਂ ਦੀ ਹੈ ਕੀ, ਸਤਿਗੁਰੂ ਦੀ ਬਖਸ਼ਿਸ਼ ਹੈ ਕੀ। ਜਦੋਂ ਸਿੱਖ ਇਹ ਅਭਿਆਸ ਕਰਦਾ, ਆਪਣੇ ਅੰਦਰ ਦੀਆਂ ਸਾਰੀਆਂ ਅਵਸਥਾ ਨੂੰ ਖੋਲਦਾ, ਉਦੋਂ ਸਿੱਖ ਨੂੰ ਆਪੇ ਨਜ਼ਰ ਆ ਜਾਂਦਾ ਸਾਰਾ ਕੁਝ। ਤਾਂ ਤੇ ਸਾਨੂੰ ਅੱਜ ਦੇ ਯੁੱਗ ਵਿੱਚ ਅਭਿਆਸ ਦੀ ਬਹੁਤ ਲੋੜ ਹੈ। ਨਾਮ ਦਾ ਅਭਿਆਸ ਕਰਕੇ ਅਸੀਂ ਆਪਣੀ ਅਵਸਥਾ ਨੂੰ ਚਮਕਾ ਕੇ, ਤੀਜੇ ਨੇਤਰ ਨੂੰ ਖੋਲ ਕੇ, ਸਾਰਾ ਕੁਝ ਕੋਈ ਔਖਾ ਨਹੀਂ। 300 ਸਾਲ ਪਹਿਲਾਂ ਕੀ ਹੋਇਆ ਦੇਖ ਲਓ, 500 ਸਾਲ ਪਹਿਲਾਂ ਕੀ ਹੋਇਆ ਖੁਦ ਹੀ ਦੇਖ ਲਓ ਆਪਣੀ ਅੱਖਾਂ ਨਾਲ। ਮਹਾਰਾਜ ਕਿਵੇਂ ਖੇਡਦੇ ਸੀ ਗਲੀਆਂ 'ਚ, ਖੁਦ ਦੇਖ ਲਓ। ਤਾਂ ਹੈ ਨਹੀਂ ਇੰਨੀ ਹਿੰਮਤ, ਤੇ ਉਹੀ ਝੂਠ ਬੋਲੀ ਜਾਣਾ, ਬਹੁਤ ਸਾਰੀਆਂ ਗੱਲਾਂ ਕਰਨੀਆਂ, ਆਹ ਨਹੀਂ ਠੀਕ, ਆਹ ਨਹੀਂ ਠੀਕ। ਜੇ ਤੁਸੀਂ ਆਪ ਦੇਖਣ ਜੋਗੇ ਹੋ ਜਾਓ ਤਾਂ ਤੁਸੀਂ ਦੇਖੋ 10ਵੇਂ ਪਾਤਸ਼ਾਹ ਨੇ ਕੀ ਲਿਖਿਆ। ਪੌਂਟਾ ਸਾਹਿਬ ਬਹਿ ਕੇ, ਆਨੰਦਪੁਰ ਸਾਹਿਬ ਬਹਿ ਕੇ, ਦਮਦਮਾ ਸਾਹਿਬ ਬਹਿ ਕੇ, ਦੀਨੇ ਕਾਂਗੜ ਬਹਿ ਕੇ ਕਿਹੜੀ ਬਾਣੀ ਲਿਖੀ ਹੈ, ਤੇ ਗੁਰਦੁਆਰਾ ਹੀਰਾ ਘਾਟ ਹਜੂਰ ਸਾਹਿਬ ਕੀ ਲਿਖਿਆ। ਕੋਈ ਝੂਠ ਹੈ? ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਉਹੀ ਝੂਠ ਸਾਬਤ ਕਰ ਦੇਣਾ। ਇੱਥੇ ਗੱਲ ਨਹੀਂ ਖੜਨੀ, ਇਹ ਤਾਂ ਦੇਖਣਾ ਪੈਣਾ ਆਪ। ਸਤਿਗੁਰੂ ਸੱਚੇ ਪਾਤਸ਼ਾਹ ਆਪ ਸਭ ਕੁਝ ਸਿੱਖ ਨੂੰ ਦਿਖਾਉਂਦੇ ਨੇ। ਆਹ ਭਾਈ ਸਾਡਾ ਹੈ ਸਭ ਕੁਝ, ਅਸੀਂ ਕੀਤਾ ਹੈ। ਜਾਂ ਜਦ ਸਿੱਖ ਨੂੰ ਸਤਿਗੁਰੂ ਹੀ ਦੱਸਣਗੇ ਤਾਂ ਸਿੱਖ ਕਹੇਗਾ ਵਾਕਈ ਤਾਂ ਮਹਾਰਾਜ ਦਾ ਹੀ ਸਾਰਾ ਕੁਝ। ਇਹ ਸਾਨੂੰ ਭੁਲੇਖੇ ਪਾਉਣ ਵਾਲੇ ਬੰਦੇ ਕੌਣ ਨੇ? ਫਿਰ ਉਹਨਾਂ ਬੰਦਿਆਂ ਦੀ ਪਹਿਚਾਣ ਹੋ ਜਾਵੇਗੀ ਬਈ ਸਾਨੂੰ ਦੁਨੀਆ ਗੁੰਮਰਾਹ ਕਰਦੀ ਹੈ, ਗਲਤ ਰਸਤੇ ਉੱਤੇ ਪਾਉਂਦੀ ਹੈ। ਸ੍ਰੀ ਗੁਰ ਕੇ ਬੈਨ ਮੌਲਾਨਾ। ਮੌਲਾਣੇ ਨੇ ਗੁਰਾਂ ਦੇ ਜਦੋਂ ਇਹ ਬਚਨ ਸੁਣੇ, ਜਨ ਤੇ ਮਿਟਤਾ ਬਿਕਟ ਅਗਿਆਨਾ। ਸੋ ਇਸ ਤਰੀਕੇ ਨਾਲ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣੇ ਨਾ, ਜਿਹੜੇ ਬਚਨ ਐਸੇ ਨੇ ਗੁਰਾਂ ਦੇ ਜਿਨ੍ਹਾਂ ਨਾਲ ਵਿਕਟ ਗਿਆਨ ਹੁੰਦਾ, ਕਠਨ ਗਿਆਨ। ਮਹਾਰਾਜ ਨੇ ਬਚਨ ਕੀਤਾ, ਕਠਨ ਕ੍ਰੋਧ ਘਟ ਹੀ ਕੇ ਭੀਤਰ ਜੇ ਸੁਧ ਸਭ ਬਿਸਰਾਈ। ਇਹ ਅਗਿਆਨਤਾ ਹਿਰਦੇ ਦੇ ਵਿੱਚ ਹੀ ਹੈ। ਅੱਖਾਂ ਤੇ ਅਗਿਆਨ ਦਾ ਵੱਡਾ ਸਾਰਾ ਕਾਲਾ ਪੱਟਾ ਬੰਨਿਆ ਹੋਇਆ, ਸੱਚ ਨਜ਼ਰ ਨਹੀਂ ਆਉਂਦਾ।
ਸੱਚ ਸਾਹਮਣੇ ਹੈ। ਸੋ ਇਸ ਕਰਕੇ ਜੋ ਸੱਚ ਹੈ ਉਹ ਸਤਿਗੁਰੂ ਦਾ ਸਰੂਪ ਹੈ। ਸਤਿਗੁਰੂ ਸੱਚ ਸਰੂਪ ਨੇ, ਕਿਉਂ ਸਤਿਗੁਰਾਂ ਦੇ ਉੱਤੇ ਵਿਸ਼ਵਾਸ ਕਰੀਏ। ਕਾਲੂ ਹੇਤ ਕਹਿਨ ਪੁਨ ਲਾਗਿਓ। ਬਾਬੇ ਕਲਿਆਣ ਚੰਦ ਜੀ ਨੂੰ ਮੁਲਾਣਾ ਕਹਿਣ ਲੱਗਿਆ, ਧਨ ਤੁਮਾਰੋ ਮਨ ਅਨੁਰਾਗਿਓ। ਧਨ ਤੁਹਾਡਾ ਮਨ ਹੈ ਜੋ ਪ੍ਰੇਮੀ ਬਣਿਆ ਹੈ। ਜੋ ਤੁਮ ਰੀਤ ਕਹਿਤ ਜਹ ਸਾਚੀ। ਸੋ ਜਿਉ ਤੁਮ ਰੀਤ ਕਹਿਤ ਜੈ ਸਾਚੀ, ਜਿਵੇਂ ਤੁਸੀਂ ਇਹ ਸੱਚੀ ਰੀਤੀ ਕਹਿੰਦੇ ਹੋ। ਹਰ ਚਰਨਨ ਮਹਿ ਮਤ ਰਚ ਰਾਚੀ। ਹਰੀ ਚਰਨਾਂ ਦੇ ਵਿੱਚ ਸੁੰਦਰ ਮਤ ਰਚ ਮਿਚ ਗਈ ਹੈ। ਤਦਪ ਤੁਮਰੋ ਸਭ ਪਰਿਵਾਰ। ਤਾਂ ਵੀ ਤੁਹਾਡਾ ਸਾਰਾ ਜੋ ਪਰਿਵਾਰ ਹੈ, ਪੇ ਦਲਗੀਰ ਜੋ ਹੈ ਹਿਤਕਾਰੂ। ਦਲਗੀਰ ਹੋ ਗਏ ਤੁਸੀਂ, ਜੋ ਸਾਰੇ ਹਿਤਕਾਰੂ ਹੈ, ਜੋ ਸਾਰੇ ਪਿਆਰ ਕਰਦੇ ਹੋ, ਤੁਹਾਡਾ ਹਿਤਕਾਰ ਹੈ। ਇਨ ਕੋ ਹੇਤ ਕਰਹੁ ਜਿਉ ਹਰਿਖ ਹੈ। ਸੋ ਇਹਨਾਂ ਨੂੰ ਹੇਤ ਕਰੋ, ਪ੍ਰੇਮ ਕਰੋ, ਜਿਵੇਂ ਪ੍ਰਸੰਨ ਹੋਣ। ਤੁਮਰੋ ਮੋਹ ਆਨ ਇਨ ਕਰਖ ਹੈ। ਤੁਹਾਡਾ ਮੋਹ ਇਹਨਾਂ ਨੂੰ ਖਿੱਚਦਾ ਹੈ। ਅਸਲ ਵਿੱਚ ਇਉਂ ਸਮਝਾ ਰਹੇ ਹਨ, ਕਾਲੂ ਹੇਤ ਕਹਿਣ ਪੁੰਨ ਲਾਗਿਓ। ਮਲਾਣਾ ਜੋ ਹੈ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਕਲਿਆਣ ਚੰਦ ਜੀ ਵਾਸਤੇ ਕਹਿੰਦਾ ਕਿ ਤੁਹਾਡਾ ਧਨ ਤੁਮਾਰੋ ਮਨ ਅਨੁਰਾਗਿਓ। ਧਨ ਤੁਹਾਡਾ ਮਨ ਬਰਾਗ ਚ ਆ ਗਿਆ, ਪ੍ਰੇਮ ਚ ਆ ਗਿਆ। ਰੀਤ ਜਿਹੜੀ ਕਰਦੇ ਹੋ ਸੱਚੀ ਹੈ, ਚਰਨਾਂ ਪਰਮਾਤਮਾ ਦੇ ਚਰਨਾਂ 'ਚ ਰੁਚੀ ਵੀ ਸੱਚੀ ਹੈ। ਤਾਂ ਵੀ ਗੁਰੂ ਨਾਨਕ ਦੇਵ ਜੀ ਤੁਹਾਡਾ ਪਰਿਵਾਰ ਹੈ ਨਾ, ਪਿਤਾ ਜੀ ਤੁਹਾਡੇ ਦਲਗੀਰ ਹੋਏ ਬੈਠੇ ਨੇ। ਇਹਨਾਂ ਦੇ ਨਾਲ ਇਉਂ ਕੰਮ ਕਰੋ ਵੀ ਤੁਹਾਡੇ ਪਿਤਾ ਜੀ ਖੁਸ਼ ਹੋ ਜਾਣ। ਔਰ ਤੁਹਾਡਾ ਮੋਹ ਦੇਖੋ, ਤੁਸੀਂ ਇਹਨਾਂ ਦੇ ਬੱਚੇ ਹੋ, ਪਿਤਾ ਦਾ ਮੋਹ, ਮਾਤਾ ਦਾ ਮੋਹ ਬੱਚੇ 'ਚ ਹੁੰਦਾ ਨਾ, ਇਸ ਕਰਕੇ ਇਹਨਾਂ ਨੂੰ ਵੀ ਪ੍ਰਸੰਨ ਰੱਖੋ ਜੀ। ਪਿਤਾ ਨੁਜ ਔਰ ਜੇ ਗਿਆਤੀ। ਹੁਣ ਪਿਤਾ ਜੋ ਹੈ ਔਰ ਪਿਤਾ ਨੂੰ, ਪਿਤਾ ਦਾ ਅਨੁਜ ਤੋਂ ਭਾਵ ਭਰਾ, ਜੋ ਚਾਚਾ ਬਾਬਾ ਲਾਲੂ ਜੀ, ਬਾਬਾ ਲਾਲ ਚੰਦ ਜੀ, ਹੋਰ ਜਿਹੜੇ ਵੀ ਉਸ ਵਕਤ ਸੰਬੰਧੀ ਹਨ, ਨਹਿ ਤੈਨ ਸੋਆਸ ਰੀਤ ਸੁਹਾਤੀ। ਉਹਨਾਂ ਦੇ ਨਾਲ ਇਹ ਜੀ ਰੀਤੀ ਸੋਭਨੀਕ ਨਹੀਂ ਹੁੰਦੀ। ਤੁਸੀਂ ਆਓ ਨਾ ਕਰੋ, ਇਹਨਾਂ ਨੂੰ ਤੋੜੋ ਨਾ ਜੀ। ਬੋਲੋ ਬਿਗਸੋ ਵਿਚਰੋ ਸੰਗਾ। ਤੁਸੀਂ ਗੱਲਬਾਤ ਕਰੋ, ਖੁਸ਼ ਹੋਵੋ, ਇਧਰ ਉਧਰ ਘੁੰਮਣ ਫਿਰਨ ਜਾਓ। ਕਰੋ ਕਾਜ ਸਭ ਸਹਿਤ ਉਮੰਗਾ। ਹੁਣ ਜਿੰਨਾ ਵੀ ਕਾਰਜ ਕਰਨਾ ਉਹ ਸਹਿਤ ਉਮੰਗ ਦੇ, ਉਤਸ਼ਾਹ ਦੇ ਕਰਨਾ ਕਰੋ। ਸੁਣ ਕਰ ਸ੍ਰੀ ਨਾਨਕ ਤਹਿ ਬਾਣੀ। ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਬਾਣੀ, ਉਹਦੇ ਬਚਨ ਬੋਲੇ ਦੀਨ ਬੰਦ ਸੁਖ ਦਾਨੀ। ਦੀਨ ਬੰਦ, ਦੀਨਾਂ ਦੇ ਬੰਧਪ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੁੱਖਾਂ ਦੇ ਦੇਣ ਵਾਲੇ ਬਚਨ ਬੋਲੇ। ਸ੍ਰੀ ਮੁਖ ਵਾਕ ਜਨ ਪਿਸਰ ਪਦਰ ਬਿਰਾਦਰਾ। ਕਸਨੇਸ ਦਸਤੰਗੀਰ ਆਖਰ ਵਿਅਸਤਮ ਕਸ ਨਾ ਦਰਦ। ਚੂ ਸਵਦ ਤਕਵੀਰ। ਕਿਉਂ ਜਿਹੜਾ ਜਨ ਤੋਂ ਭਾਵ ਇਸਤਰੀ ਹੁੰਦਾ, ਜਦੋਂ ਕੱਲਾ ਜਨ ਬੋਲਦੀ ਏ ਫਿਰ ਰੱਬ ਦਾ ਪਿਆਰਾ, ਕੋਈ ਜਨ ਕੋਈ ਸੇਵਕ, ਜਨ ਪਿਸਰ ਪਦਰ ਬਿਰਾਦਰਾ ਹੁੰਦਾ। ਇਸ ਕਰਕੇ ਜਿਹੜੇ ਸਾਡੇ ਇਸਤਰੀ ਹੈ, ਸੋ ਪਿਤਾ ਹੈ, ਭਰਾ ਹੈ, ਪੁੱਤਰ ਹੈ, ਇਹ ਅਖੀਰ ਨੂੰ ਬਾਂਹ ਫੜਨਗੇ ਕੋਈ? ਇਹਨਾਂ ਨੇ ਨਹੀਂ ਫੜਨੀ ਬਾਂਹ। ਕਿਉਂ? ਜਦੋਂ ਆ ਕਰਕੇ ਮੌਤ ਦਾ ਵੇਲਾ ਆਇਆ, ਅਜ਼ਰਾਈਲ ਫਰਿਸ਼ਤੇ ਤੈਨੂੰ ਕੋਹ ਕੇ ਮਾਰਨਾ ਸ਼ੁਰੂ ਕੀਤਾ, ਉਦੋਂ ਇਹਨਾਂ ਨੇ ਕਿਸੇ ਨੇ ਸਾਥ ਨਹੀਂ ਦੇਣਾ। ਇਸ ਕਰਕੇ ਕਵੀ ਜੀ ਅਰਥ ਕਰਦੇ ਹਨ ਆਪ। ਚੌਪਈ ਪਿਤਾ ਭਰਾਤ ਤੀਏ ਤਾਤ ਸਮੇਤੂ। ਮਹਾਰਾਜ ਕਹਿਣ ਲੱਗੇ ਪਿਤਾ ਹੋਇਆ, ਭਰਾ ਹੋਇਆ, ਪਿਤਾ ਦਾ ਭਰਾ ਤੋਂ ਭਾਵ ਚਾਚਾ ਵੀ ਹੋਇਆ, ਤ੍ਰੀਆ ਇਸਤਰੀ ਹੋਈ, ਫਿਰ ਤਾਤ ਪੁੱਤਰ ਹੋਇਆ, ਇਹਨਾਂ ਦੇ ਸਮੇਤ। ਤਿਨਕੋ ਲਖੋ ਕੂੜ ਸਭ ਹੇਤੂ। ਇਹਨਾਂ ਦਾ ਜਿਹੜਾ ਹੇਤ ਹੈ, ਪਿਆਰ ਹੈ, ਇਹ ਕੂੜਾ ਹੈ, ਝੂਠਾ ਹੈ, ਦਿਖਾਵੇ ਮਾਤਰ ਹੈ, ਮਤਲਬ ਹੈ। ਮਤਲਬ ਨਿਕਲ ਗਿਆ ਤਾਂ ਸਭ ਪਰੇ ਨੂੰ ਹੋ ਜਾਣਗੇ। ਤੇਰੀ ਲੋੜ ਹੈ, ਹਲੇ ਤੈਨੂੰ ਜੀ ਜੀ ਕਰਕੇ ਬੁਲਾਉਂਦੇ ਨੇ। ਜਦੋਂ ਐਨ ਸੈੱਟ ਹੋ ਗਏ, ਜੀ ਜੂ ਕਹਿਣੋਂ ਹਟ ਜਾਣਗੇ। ਉਹ ਬੁੜਿਆ ਬੋਲਣਾ ਅੱਗੇ, ਠੀਕ ਹੋ ਕੇ ਬੈਠ। ਘਰੋਂ ਹੀ ਕੱਢਣ ਤੱਕ ਜਾਂਦੇ ਮੁੜ ਕੇ। ਉਹ ਲੋੜ ਸੀ ਕਰਕੇ ਤੈਨੂੰ ਜੀ ਜੀ ਕਰਦੇ ਸੀ, ਪੈਰੀ ਹੱਥ, ਗੋਡੀ ਹੱਥ ਸਭ ਹਟ ਗਏ ਨਾ ਹੁਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਜਿਹੜਾ ਮੋਹ ਹੈ ਨਾ, ਇਹ ਮੋਹ ਠਗੌਲੀ ਪਾਈ ਹੋਈ ਆ। ਇਹਨਾਂ ਨੇ ਸਾਰਿਆਂ ਨੇ ਪੈਸੇ ਲੈਣੇ ਤੇਥੋਂ। ਹੁਣ ਜਦੋਂ ਆਪ ਕਮਾਉਣ ਲੱਗ ਗਏ, ਕਹਿੰਦੇ ਕੋਈ ਲੋੜ ਨਹੀਂ ਤੇਰੀ ਬਸ। ਸਤਿਗੁਰੂ ਕਹਿੰਦੇ ਬਾਅਦ ਵਿੱਚ ਜੋ ਪਛਤਾਏਗਾ, ਹੁਣੇ ਸਾਡੀ ਇਹ ਕਹੇ ਹੋਏ ਜਿਹੜੇ ਬਚਨ ਨੇ, ਇਹਨਾਂ ਨੂੰ ਕਮਾ ਕੇ
ਸਿੱਧੇ ਰਸਤੇ ਉੱਤੇ ਆਪ ਵੀ ਚੱਲ, ਪਰਿਵਾਰ ਨੂੰ ਵੀ ਚਲਾ ਲੈ। ਧਨ ਬਿਨ ਜੀਵਤ ਤਿਆਗਹਿ ਸੰਗਾ। ਜਦੋਂ ਧਨ ਤੋਂ ਬਿਨਾਂ ਹੋ ਜਾਂਦਾ ਬੰਦਾ, ਉਦੋਂ ਸਭ ਛੱਡ ਜਾਂਦੇ ਨੇ, ਕੋਈ ਨਹੀਂ ਨੇੜੇ ਖੜਦਾ ਹੈ। ਧਨ ਹੋਵਹਿ ਰਹਿ ਸੰਗ ਉਮੰਗਾ। ਪੈਸੇ ਕਰਕੇ ਹੀ ਸਾਰਾ ਕਨੈਕਸ਼ਨ ਹੁੰਦਾ। ਪੈਸਾ ਕੋਲੇ ਹੈ, ਸਭ ਜੀ ਕਰਕੇ ਕੋਲ ਬੈਠਦੇ ਨੇ, ਫਿਰ ਤਾਂ ਸਾਰੇ ਪਿਆਰ ਨਾਲ ਬੋਲਦੇ ਨੇ, ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਡੇ ਹੀ ਆ। ਮਾੜਾ ਜਿਹਾ ਕਹਿ ਦੋ ਵੀ ਸਿਰ ਤੇ ਕਰਜ਼ਾ ਹੋ ਗਿਆ, ਪੈਸਿਆਂ ਦਾ ਹੁਣ ਔਖਾ ਜਿਹਾ ਹੀ ਆ, ਮੁੜ ਨਾ ਮਿਲਿਆ, ਫਿਰ ਉਹ ਬੰਦਾ ਲੱਭਦਾ ਹੀ ਨਹੀਂ, ਰਿਸ਼ਤੇਦਾਰ ਵੀ ਲੱਭਦਾ, ਫਿਰ ਹੋਰ ਕੋਈ ਵੀ ਲੱਭਦਾ, ਔਖੇ ਵੇਲੇ ਕੌਣ ਖੜਦਾ। ਫਿਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਖੇ ਵੇਲੇ ਤਾਂ ਮੈਂ ਹੀ ਖੜੂੰਗਾ, ਹੋਰ ਕੌਣ ਖੜੂਗਾ ਤੇਰੇ ਕੋਲੇ। ਜਦੋਂ ਬਹੁਤ ਔਖਾ ਹੋ ਜਾਏਗਾ ਨਾ, ਇੱਕ ਮੈਂ ਹੀ ਆ ਜਿਹੜਾ ਭੱਜਦਾ ਨਹੀਂ, ਬਾਕੀ ਸਭ ਭੱਜ ਜਾਣਗੇ। ਇਸ ਕਰਕੇ ਮੈਨੂੰ ਆਵਾਜ਼ ਮਾਰੀ, ਹੇ ਸੱਚੇ ਪਾਤਸ਼ਾਹ ਬਚਾ ਲਓ, ਹੇ ਸੱਚੇ ਪਾਤਸ਼ਾਹ ਰੱਖ ਲਓ। ਕਹਿੰਦੇ ਉਦੋਂ ਤੇਰਾ ਸਹਾਈ ਮੈਂ ਹੀ ਹੋਵਾਂਗਾ। ਜਬ ਜਮ ਆਨ ਗਹਿ ਸੁਪਰਾਨੀ। ਜਦੋਂ ਪ੍ਰਾਣੀ ਨੂੰ ਆ ਕੇ ਜਮਦੂਤ ਪਕੜਦੇ ਹਨ, ਤਬ ਰਾਖਣ ਕੀ ਕਹਾ ਕਹਾਣੀ। ਉਹ ਜਿਉਂਦੇ ਜੀ ਛੱਡ ਜਾਂਦੇ, ਪੈਸੇ ਮੁੱਕ ਜਾਣ ਜਾਂ ਮਰਨ ਲੱਗੇਗਾ, ਫੇਰ ਤਾਂ ਇਹਨਾਂ ਨੂੰ ਹੀ ਭੱਜ ਜਾਣਾ। ਫਿਰ ਤਾਂ ਕਹਿਣਗੇ ਬਾਪੂ ਦਾ ਸ਼ਨੀਚਰਵਾਰ ਮਰਿਆ, ਕਹਿੰਦੇ ਡਾਕਟਰ ਨੂੰ $500 ਦੇ, ਕਹਿੰਦੇ ਐਤਵਾਰ ਚ ਪਾ ਦੇ ਮਰਿਆ ਹੋਇਆ ਇਹਨੂੰ, ਕਹੀਂ ਕੱਲ ਨੂੰ ਹੀ ਸੰਸਕਾਰ ਕਰ ਸਕਦੇ, ਅੱਜ ਨਾ ਕਰੀ। ਇਹ ਹਾਂਗਕਾਂਗ ਦੀ ਗੱਲ ਹੈ। ਸੋ ਇਸ ਕਰਕੇ ਫੇਰ ਤਾਂ ਕਹਿੰਦੇ ਤੇਰੀਆਂ ਹੱਡੀਆਂ ਦੀ ਵੀ ਕਦਰ ਨਹੀਂ ਹੋਣੀ, ਰੁਲ ਜਾਣਗੀਆਂ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਜਿਉਂਦੇ ਜੀ ਜਿਹੜੇ ਇੱਥੇ ਸਾਥ ਨਹੀਂ ਦਿੰਦੇ, ਪਰਲੋਕ ਵਿੱਚ ਕਿਵੇਂ ਸਾਥ ਦੇਣਗੇ ਤੇਰਾ। ਅੰਤ ਕਾਲ ਗਹਿਲੀਨ ਇਕਾਕੀ। ਸੋ ਜਦੋਂ ਇਕਾਂਕੀ ਤੈਨੂੰ ਕੱਲੇ ਨੂੰ ਅੰਤ ਕਾਲ ਜਮਦੂਤਾਂ ਨੇ ਪਕੜ ਲਿਆ, ਤਬ ਤੱਕ ਵੀਰ ਹੋਏ ਕਿਆ ਤਾਂ ਕੀ। ਉਸ ਬੰਦੇ ਦੀ ਫਿਰ ਜਿਹੜੀ ਤਦਬੀਰ ਹੈ, ਭਾਵ ਅੱਲਾਹੂ ਅਕਬਰ, ਇਹ ਨਮਾਜ਼ ਰਹਿਮਤ ਲਈ ਜੋ ਪੜ੍ਹਦੇ ਤਦੋਂ ਇਸ ਦਾ ਕਿਆ ਸਵਾਰੇਗੀ ਮਰਨ ਤੋਂ ਬਾਅਦ। ਭਾਵ ਜਿਉਂਦੇ ਜੀ ਕਰ ਲੈ ਜੋ ਕਰਨਾ, ਜਿਉਂਦੇ ਜੀ ਭਲਾ ਕਰ ਲੈ ਆਪਣਾ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮਰਨ ਤੋਂ ਬਾਅਦ ਕਿਸੇ ਨੇ ਸੁਰਤ ਨਹੀਂ ਸੰਭਾਲਣੀ, ਕਿਸੇ ਨੇ ਧਿਆਨ ਨਹੀਂ ਕਰਨਾ, ਇੱਕ ਲੋਕ ਵਿਚਾਰਾ ਹੋਵੇਗਾ ਤੇਰਾ। ਚਲਣ ਸੰਗ ਜੋ ਸ੍ਰੀ ਹਰਿ ਰੰਗਾ। ਇਸ ਕਰਕੇ ਜਿਹੜਾ ਨਾਲ ਜਾਣ ਵਾਲੀ ਚੀਜ਼ ਆ, ਉਹ ਤਾਂ ਇੱਕ ਵਾਹਿਗੁਰੂ ਦਾ ਪਿਆਰ, ਉਹ ਪਰਮਾਤਮਾ ਦਾ ਨਾਮ, ਜਿਹਨੇ ਤੇਰੀ ਸਹਾਇਤਾ ਕਰਨੀ ਹੈ। ਨਾਮ ਨਾ ਜਪਿਓ ਰਹਿਓ ਮਨ ਭੰਗਾ। ਹੁਣ ਜਦੋਂ ਨਾਮ ਨਹੀਂ ਜਪਿਆ, ਮਨ ਭੰਗਾ ਤੋਂ ਭਾਵ ਭੰਗ ਹੋ ਗਿਆ, ਟੁੱਟ ਗਿਆ। ਭਾ ਅਨਾਥ ਜਮ ਮਾਰਗ ਮਾਹੀ। ਹੁਣ ਜਮਾਂ ਦੇ ਮਾਰਗ ਦੇ ਵਿੱਚ ਜਾ ਕੇ ਅਨਾਥ ਜਿਹਾ ਬਣ ਕੇ ਤੁਰਿਆ ਜਾਏਗਾ, ਕੱਲਾ, ਬਿਲਕੁਲ ਕੋਈ ਨਹੀਂ ਨਾਲ ਹੁੰਦਾ। ਇੱਥੇ ਪ੍ਰਦੇਸ਼ਾਂ 'ਚ ਕਿਹੜਾ ਹੁਣ ਆਪਣੇ ਨਾਲ ਰਿਸ਼ਤੇਦਾਰ ਬੈਠੇ ਆ, ਉਹ ਤਾਂ ਇੰਡੀਆ ਬੈਠੇ ਆ। ਇੱਥੇ ਵੀ ਕੋਈ ਇਕੱਲੇ ਹੀ ਰਹਿੰਦੇ ਨੇ, ਕਈ ਇਕੱਲੇ ਜੀ ਰਹਿੰਦੇ ਨੇ। ਜਦ ਉਰੇ ਨਹੀਂ ਕੋਈ ਬੌੜਦਾ, ਮਹਾਰਾਜ ਕਹਿੰਦੇ ਸਰੀਰ ਛੱਡ ਕੇ ਪਰਲੋਕ ਨੂੰ ਜਦ ਜਾਏਗਾ, ਉਹ ਮਾਰਗ ਡਰਾਉਣੇ ਭਿਆਨਕ ਮਾਰਗ ਦੇ ਉੱਤੇ, ਉੱਥੇ ਕੋਈ ਤੇਰਾ ਸਾਥ ਨਹੀਂ ਦੇਗਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਇਹ ਬਚਨ ਕਹਿੰਦੇ ਨੇ, ਜੇ ਤਾਂ ਕੋਈ ਹੋਰ ਬੰਦਾ ਕਹੇ ਫਿਰ ਤਾਂ ਅਸੀਂ ਉਹਨੂੰ ਟਾਲ ਦਈਏ, ਸੱਚੇ ਪਾਤਸ਼ਾਹ ਕਹਿੰਦੇ ਨੇ। ਇਸ ਕਰਕੇ ਯਕੀਨ ਕਰੋ, ਸਾਡਾ ਸੰਗੀ ਸਾਥੀ ਨਾਮ ਤੋਂ ਬਿਨਾਂ ਨਹੀਂ ਕੋਈ ਹੈ। ਅਨਕ ਜਾਤ ਨਾ ਹੋਵਹਿ ਜਾਹੀ। ਉਹਨੂੰ ਜਾ ਕਰਕੇ ਉੱਥੇ ਬਹੁਤ ਸਜ਼ਾ ਮਿਲਦੀ ਹੈ। ਨਹਿ ਸਹਾਇ ਤਿਨ ਕੋ ਸੰਬੰਧੂ। ਉੱਥੇ ਕੋਈ ਸੰਬੰਧੀ ਸਾਥ ਨਹੀਂ ਦੇ ਸਕਦਾ, ਜਾ ਕੇ ਸਹਾਇਤਾ ਨਹੀਂ ਕਰ ਸਕਦਾ। ਜਨ ਮਹਿ ਪਚਿਓ ਰਹਿਓ ਮਤ ਅੰਧੂ। ਇਹ ਅੰਨੀ ਮਤ ਵਾਲਾ ਜਿਨ੍ਹਾਂ ਵਿੱਚ ਫਸਿਆ ਰਿਹਾ, ਜਿਨ੍ਹਾਂ ਵਿੱਚ ਆਪਣਾ ਟਾਈਮ ਬਰਬਾਦ ਕੀਤਾ, ਜਿਨ੍ਹਾਂ 'ਚ ਆਪਣਾ ਨਿਤਨੇਮ ਹੀ ਛੱਡ ਦਿੱਤਾ, ਜਿਨ੍ਹਾਂ ਕਰਕੇ ਅੰਮ੍ਰਿਤ ਨਹੀਂ ਛਕਿਆ। ਸੋ ਜਿਵੇਂ ਪੰਜਾਂ ਪਿਆਰਿਆਂ 'ਚ ਬਹੁਤ ਸਾਲ ਸੇਵਾ ਮਿਲੀ, ਦੁੱਖ ਨਿਵਾਰਨ ਸਾਹਿਬ ਇੱਕ ਵਾਰ ਅੰਮ੍ਰਿਤ ਸੰਚਾਰ ਕਰਨ ਲੱਗੇ, ਬੰਦਾ ਆ ਗਿਆ, ਕਹਿੰਦਾ ਜੀ ਮੈਂ ਕੀ ਗੱਲ ਬਈ, ਕਹਿੰਦੇ ਸ਼ਰਾਬ ਜੀ ਪੀਤੀ ਗਈ। ਮੈਂ ਕਿਹਾ ਉਹ ਕਿੱਦਾਂ? ਕਹਿੰਦੇ ਸਾਡਾ ਫਿਰ ਰਿਸ਼ਤੇਦਾਰ ਵਿਆਹ 'ਚ ਕਹਿੰਦਾ ਵੀ ਜੇ ਤੂੰ ਮੇਰਾ ਰਿਸ਼ਤੇਦਾਰ ਆ ਤਾਂ ਮੇਰੇ ਨਾਲ ਬਹਿ ਕੇ ਪੀ। ਐ ਲੋਕ ਰਿਸ਼ਤੇਦਾਰਾਂ ਨੂੰ ਪੱਟਦੇ ਨੇ, ਖਰਾਬ ਕਰਦੇ ਨੇ। ਇਸ ਕਰਕੇ ਮੈਂ ਕਿਹਾ ਉਹੋ ਜਿਹੀ ਰਿਸ਼ਤੇਦਾਰ 'ਚ ਜਾਣਾ ਹੀ ਕਾਹਨੂੰ ਸੀ, ਜਿੱਥੇ ਤੈਨੂੰ ਪਤਾ ਵੀ ਗੰਦਗੀ ਆ, ਉਹਦੇ ਨਾਲ ਤਾਂ ਸਤਸੰਗ ਬੰਦਾ ਬਹਿ ਜਾ ਕੇ ਕਥਾ ਕੀਰਤਨ ਸੁਣੇ, ਇਹਨਾਂ ਨੇ ਦੇਣਾ ਕੀ ਆ। ਇਸ ਕਰਕੇ ਬੰਦੇ ਨੂੰ ਪਹਿਲਾਂ ਇਸ ਗੱਲ ਦਾ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਨਾਲੋਂ ਨਾ ਮੈਂ ਟੁੱਟਾਂ, ਮੈਂ ਆਪਣੀ ਮਰਿਆਦਾ ਰੱਖਾਂ, ਮੈਂ ਆਪਣੀ ਰਹਿਤ ਰੱਖਾਂ। ਬੰਦਾ ਇੱਕ ਵਾਰੀ ਰਿਸ਼ਤੇਦਾਰਾਂ ਨੂੰ ਥੋੜੀ ਜਿਹੀ ਕਰੜਾਈ ਦਿਖਾ ਦੇਵੇ ਨਾ, ਮੁੜ ਕੇ ਰਿਸ਼ਤੇਦਾਰ ਉਸੇ ਹਿਸਾਬ ਨਾਲ ਹੀ ਚੱਲ ਪੈਂਦੇ ਨੇ। ਉਹਨਾਂ ਨੂੰ ਪਤਾ ਵੀ ਉਹਨੇ ਨਹੀਂ ਆਉਣਾ ਇੱਥੇ, ਅਸੀਂ ਵੀ ਜਾਣੇ ਆ, ਜੇ ਦੇਖ ਲਈਏ ਆਹ ਗੱਲ ਹੈ
ਰੁਪਈਏ ਜੇ ਫੜਾ ਕੇ ਉਹਨਾਂ ਸ਼ਗਨ ਜਿਹਾ ਕੀਤਾ, ਚੱਲ ਬਈ ਰੋਟੀ, ਕਹਿੰਦੇ ਰੋਟੀ ਤਾਂ ਅਸੀਂ ਆਪਦੇ ਘਰੇ ਹੀ ਖਾਵਾਂਗੇ। ਮੈਂ ਤਾਂ ਰੋਟੀ ਨਾਲ ਹੀ ਲੈ ਜਾਂਦਾ ਹੁੰਦਾ ਆਪਣੀ, ਕਿਤੇ ਹੋਰ ਬਹਿ ਕੇ ਗੁਰੂ ਘਰ 'ਚ ਖਾ ਲਾਂਗੇ ਰੋਟੀ। ਇਹੀਆਂ ਜਿਹੀਆਂ ਰੋਟੀਆਂ ਜਿਹੜੀਆਂ ਖਾਣ ਨਾਲੋਂ ਕੀ ਥੋੜ੍ਹਾ ਜਿਹਨਾਂ ਰਹਿਤ ਟੁੱਟੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਹਿਤ ਪੱਕੀ ਰੱਖੋ। ਉਹ ਪੁਰਾਣਾ ਇੱਕ ਸੋ ਗਾਉਂਦੇ ਹੁੰਦੇ ਸੀ ਕਈ ਮਹਾਤਮਾ ਵੀ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਬਾਜਾਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਉਹ ਗੱਲ ਹੈ ਤਾਂ ਚਲੋ ਗੁਰਮਤਿ ਅਨੁਸਾਰ ਵੀ ਠੀਕ ਹੈ, ਬਾਜਾਂ ਵਾਲਾ ਕਲਗੀਆਂ ਵਾਲਾ ਨਾ ਰੁੱਸੇ ਬਸ, ਕਿਉਂਕਿ ਹੋਰ ਤਾਂ ਕਿਸੇ ਨੇ ਸਾਡਾ ਸਾਥ ਨਹੀਂ ਦੇਣਾ। ਬਾਜਾਂ ਵਾਲਾ ਤਾਂ ਸਾਡਾ ਹਰ ਵਕਤ ਅੰਗ ਸੰਗ ਹੈ। ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਬਾਜਾਂ ਵਾਲਾ ਤਾਂ ਹਰੇਕ ਦੇ ਨਾਲ ਹੈ, ਜੇ ਕੋਈ ਯਾਦ ਕਰੇ ਤਾਂ ਨਾਲ ਹੈ, ਨਾ ਕਰੇ ਤਾਂ ਨਹੀਂ ਨਾਲ, ਦੋਨੋਂ ਹੀ ਗੱਲਾਂ ਨੇ। ਯਾਦ ਕਰੋ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਹੀ ਖੜੇ, ਤੁਸੀਂ ਤਾਂ ਕਹਿੰਦੇ ਹਾਂ ਭਾਈ ਇਸ ਤਾਂ ਕੋਲ ਹੀ ਹੁੰਦੇ ਆ, ਤੂੰ ਹੀ ਕਹਿ ਦਿੰਦਾ ਕਿ ਬਾਜਾਂ ਵਾਲਾ 300 ਸਾਲ ਪਹਿਲਾਂ ਚਲਿਆ ਗਿਆ। ਕਹਿੰਦੇ ਮੈਂ ਤਾਂ ਕਿਤੇ ਵੀ ਨਹੀਂ ਸੀ ਗਿਆ, ਮੈਂ ਤਾਂ ਤੇਰੇ ਕੋਲ ਹੀ ਖੜਾ। ਬਾਜਾਂ ਵਾਲਾ ਤਾਂ ਕੋਲ ਖੜਦਾ ਆਪਣੇ ਅੰਮ੍ਰਿਤ ਧਾਰੀ ਦੇ ਤਾਂ ਨਾਲ ਸਹਾਈ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਕਿਉਂ ਮੇਰਾ ਪੁੱਤ ਹੈ, ਯਾਦ ਕਰੋਗੇ ਨਾ ਤਾਂ ਆਉਣਗੇ। ਜਿਵੇਂ ਕਾਫੀ ਸਮੇਂ ਦੀ ਗੱਲ ਹੈ, ਬਹੁਤ ਭਜਨੀਕ ਸਿੰਘ ਅਸੀਂ ਬੈਠੇ ਸੀ, ਮੈਂ ਕਿਹਾ ਬਾਬਾ ਬੁੱਢਾ ਜੀ ਦਾ ਜਨਮ ਦਿਨ ਅੱਜ, ਯਾਦ ਕੀਤਾ ਸੀ ਉਹਨਾਂ ਨੂੰ। ਕਹਿੰਦੇ ਹਾਂ ਜੇ ਯਾਦ ਕਰਨਾ ਹੀ, ਬਹਿ ਗਏ ਅਸੀਂ ਸਿਮਰਨ ਕਰਨ। ਥੋੜੀ ਦੇਰ ਕਹਿੰਦਾ ਬਾਬਾ ਜੀ ਤਾਂ ਆ ਗਏ। ਕਹਿੰਦੇ ਬਾਬਾ ਜੀ ਤੁਸੀਂ ਅੱਜ ਆਪ ਨਹੀਂ ਦਰਸ਼ਨ ਦਿੱਤੇ। ਬਾਬਾ ਜੀ ਕਹਿੰਦੇ ਤੂੰ ਕਿਹੜਾ ਮੈਨੂੰ ਕਦੇ ਯਾਦ ਕਰਦਾ ਕਦੇ। ਕਹਿੰਦੇ ਜੇ ਕੋਈ ਸਾਨੂੰ ਯਾਦ ਕਰੇ ਤਾਂ ਆਈਏ ਨਾ ਅਸੀਂ। ਇਸ ਕਰਕੇ ਜਿਆਦਾ ਆਪਾਂ ਯਾਦ ਹੀ ਨਹੀਂ ਕਰਦੇ। ਧੰਨ ਗੁਰੂ ਨਾਨਕ ਸਾਹਿਬ ਨੂੰ ਤਾਂ ਸਾਰੇ ਯਾਦ ਕਰਦੇ, ਪਰ ਧੰਨ ਗੁਰੂ ਅੰਗਦ ਸਾਹਿਬ ਕਦੇ ਵੀ ਨਹੀਂ ਕਿਹਾ। ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦੇ ਨੇ ਛਬੀਲਾਂ ਕਰਕੇ। 6ਵੇਂ ਦਾ ਨਾਮ ਲੈਂਦੇ, 7ਵੇਂ 8ਵੇਂ ਪਾਤਸ਼ਾਹ ਦਾ ਨਾਮ ਲੈਂਦੇ, 9ਵੇਂ। ਇਸ ਕਰਕੇ ਜਿੰਨੇ ਵੀ ਅੱਜ ਤੱਕ ਹੋਏ ਨੇ ਸਾਰਿਆਂ ਨੂੰ ਯਾਦ ਕਰੋ। ਵੱਡਿਆਂ ਨੂੰ ਯਾਦ ਕਰਨ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਜੇ ਮਾਪੇ ਆਉਣ ਕੁੜੀ ਦੇ ਘਰੇ ਕੋਈ ਦੇ ਕੇ ਹੀ ਜਾਂਦੇ ਆ। ਕਦੇ ਕੁੜੀ ਤੋਂ ਤਾਂ ਨਹੀਂ ਲੈਂਦੇ ਉਹ, ਮਾਂ-ਬਾਪ $100 ਦੇ ਕੇ ਜਾਓ, ਕੋਈ ਸੂਟ ਦੇ ਜਾਓ, ਮਾਂ ਆ ਗਈ ਤਾਂ ਕੁਝ ਲਿਆਓ। ਜੇ ਮਾਤਾ ਸਾਹਿਬ ਕੌਰ ਆ ਗਏ ਤਾਂ ਕੋ ਦੇ ਕੇ ਜਾਣਗੇ ਆਸ਼ੀਰਵਾਦ। 10ਵੇਂ ਪਾਤਸ਼ਾਹ ਆ ਗਏ ਤਾਂ ਕਿਰਪਾ ਕਰਕੇ ਜਾਣਗੇ, ਉਹਨਾਂ ਨੇ ਕਿਹੜਾ ਲੈਣਾ ਕੁਝ। ਇਸ ਕਰਕੇ ਸਤਿਗੁਰੂ ਕਹਿੰਦੇ ਜਿੰਨਿਆਂ ਨੂੰ ਯਾਦ ਕਰੋਗੇ ਉਹ ਸਾਰੇ ਹੀ ਕਿਰਪਾ ਕਰਨਗੇ ਆਪਣੇ ਤੇ। ਜਾਣੇ ਹਿਰਦੈ ਮੁਲਾਨੇ ਰੀਤੀ। ਹੁਣ ਮੁਲਾਣੇ ਨੂੰ ਸਮਝ ਪੈ ਗਈ ਕਿ ਮਨੁੱਖਾ ਦੇਹ ਦੀ ਰੀਤੀ ਕੀ ਹੈ, ਉਹਨੂੰ ਸਮਝ ਆ ਗਈ। ਪਰ ਪੂਰਨ ਔਰ ਮਹਿ ਹਰ ਪ੍ਰੀਤੀ। ਮਨ ਦੇ ਅੰਦਰ ਬਹੁਤ ਪ੍ਰੀਤੀ ਭਰਪੂਰਨ ਹੋ ਗਈ, ਬਹੁਤਾ ਪਿਆਰ ਜਾਗ ਪਿਆ। ਇਸਕੇ ਬਚਨ ਮੋਹਿ ਮਨ ਫੇਰਾ। ਨਹੀਂ, ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੇ ਮੇਰਾ ਮਨ ਫੇਰ ਦਿੱਤਾ ਹੈ। ਜਿਉ ਮਤੰਗ ਅੰਕਸ ਕਰ ਪ੍ਰੇਰਾ। ਜਿਵੇਂ ਹਾਥੀ ਕੁੰਡੇ ਨਾਲ ਪ੍ਰੇਰਿਆ ਜਾਂਦਾ, ਗੁਰੂ ਨਾਨਕ ਦੇਵ ਜੀ ਦੇ ਸ਼ਬਦ ਰੂਪ ਕੁੰਡੇ ਨਾਲ ਮੇਰਾ ਵਿਗੜਿਆ ਹੋਇਆ ਮਨ ਰੂਪ ਹਾਥੀ ਹੰਕਾਰਿਆ ਹੋਇਆ ਚੰਗਾ ਭਲਾ ਠੀਕ ਹੋ ਗਿਆ ਹੈ। ਕਹੈ ਗੁਨਾਹ ਕਰ ਬਾਣੀ ਸਾਚੀ। ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਤੁਹਾਡੀ ਇਹ ਬਾਣੀ ਹੈ ਨਾ, ਗੁਨਾਕਰ ਤੋਂ ਭਾਵ ਜਿਵੇਂ ਕਰੁਣਾਕਰ ਹੈ, ਆਕਰ ਤੋਂ ਭਾਵ ਖਾਣੀ ਹੁੰਦਾ, ਇੱਥੇ ਗੁਨਾਕਰ ਲਿਖਿਆ, ਗੁਣਾਂ ਦੀ ਖਾਣੀ ਹੋ ਜੀ ਤੁਹਾਡੀ ਬਾਣੀ ਤਾਂ ਐਡੀ ਪ੍ਰਭਾਵ ਪਾਉਂਦੀ ਮਨ ਦੇ ਉੱਤੇ, ਗੁਣਾਂ ਦੀ ਖਾਣ ਹੈ। ਕੂਰ ਕੁਟੰਬ ਪ੍ਰੀਤ ਰਚ ਰਾਚੀ। ਇਹ ਝੂਠੇ ਪਰਿਵਾਰ ਵਿੱਚ ਝੂਠੀ ਪ੍ਰੀਤੀ ਸਾਡੀ ਲੱਗੀ, ਇਹ ਗੱਲ ਤੁਹਾਡੀ ਠੀਕ ਹੈ। ਆਖਰ ਕੋ ਰਖਵਾਰ ਨ ਸੰਗੀ। ਆਖਰ ਨੂੰ ਨਾ ਕੋਈ ਰਖਵਾਲਾ ਨਾ ਕੋਈ ਸੰਗੀ ਹੋਵੇਗਾ। ਸਹਿ ਜੀਵ ਜਹੈ ਦੁਖ ਇਕੰਗੀ। ਕਿਉਂਕਿ ਬੰਦਾ ਤਾਂ ਜਮਦੂਤਾਂ ਦੀ ਕੁੱਟ ਕੱਲਾ ਹੀ ਸਹਾਰੇਗਾ ਪ੍ਰਲੋਕ ਦੇ ਵਿੱਚ। ਅਸ ਅਨਜਾਨ ਪਨੇ ਮਹਿਮਾਨਵ। ਇਸ ਤਰੀਕੇ ਨਾਲ ਅਣਜਾਣ ਪੁਣੇ ਵਿੱਚ ਬੰਦਾ ਪਚਹਿ ਰੈਨ ਦਿਨ ਭੇਵ ਨਾ ਜਾਣਵ। ਰਾਤ ਦਿਨ ਪਚਦਾ, ਭੇਦ ਨਹੀਂ ਜਾਣਦਾ ਇਹਨਾਂ ਗੱਲਾਂ ਦਾ। ਅਸ ਵਿਚਾਰ ਕਰ ਹਿਰਦੈ ਮੁਲਾਨਾ। ਕਿਉਂ ਵਿਚਾਰ ਕਰਕੇ ਮਨ ਦੇ ਅੰਦਰ ਮੁਲਾਣਾ। ਲੱਖ ਮਹਿਮਾ ਮੁਖ ਬਚਨ ਬਖਾਨਾ। ਗੁਰੂ ਨਾਨਕ ਦੇਵ ਜੀ ਦੀ ਮਹਿਮਾ ਜਾਣ ਕੇ ਮੁਖ ਵਿੱਚੋਂ ਬਚਨ ਕਿਹਾ। ਅਲਪ ਵੈਸ ਐਤੀ ਦਾਨਾਈ। ਛੋਟੀ ਜੀ ਉਮਰ ਹੈ ਤੁਹਾਡੀ, ਸਿਆਣਪ ਕਿੰਨੀ ਤੁਹਾਨੂੰ। ਉਹ ਅਵਤਰਿਓ ਸੰਤ ਸੁਖਦਾਈ। ਇਹ ਕੌਣ ਆਇਆ ਹੈ ਸੁਖਾਂ ਦੇ ਦੇਣ ਵਾਲਾ ਸੰਤ ਮਹਾਤਮਾ ਸਾਡੇ। ਸਿਸਤਾ ਵਿਖਾ ਬੰਦਗੀ ਜਾਣੀ। ਸੋ ਜਾਣ ਲਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਹੁਤ ਜ਼ਿਆਦਾ ਜਿਹੜੀ ਬੰਦਗੀ ਹੈ ਨਾ, ਇਹ ਬਚਪਨ ਦੇ ਵਿੱਚ ਬੰਦਗੀ ਹੈ, ਪਰ ਉਹਨਾਂ ਨੂੰ ਤਾਂ ਇੰਨਾ ਪਤਾ ਨਹੀਂ ਸੀ ਵੀ ਕੌਣ ਆਏ ਹੋਏ ਨੇ।
ਉਹ ਇਉਂ ਸਮਝਦੇ ਕਿ ਬੰਦਗੀ ਕਰਦੇ ਨੇ ਬਚਪਨ ਦੇ ਵਿੱਚ। ਨੇਕੀ ਕਾਰ ਕਰਨ ਮਨ ਠਾਨੀ, ਸੋ ਨੇਕੀ ਕਾਰ ਕਰਨ ਵਿੱਚ ਮਨ ਨੂੰ ਠਾਣ ਲਿਆ ਕਿ ਚੰਗੀ ਕਾਰ ਕਰਾਂਗੇ ਹੁਣ। ਬਦੀ ਖਿਆਲ ਦਿਲ ਦੀਨ ਭੁਲਾਈ, ਜਿਹੜੇ ਮਾੜੇ ਖਿਆਲ ਸੀ ਨਾ ਉਹ ਮਨ ਦੇ ਅੰਦਰੋਂ ਭੁਲਾ ਦਿੱਤੇ। ਰੀਤ ਪ੍ਰੀਤ ਕੇ ਚੇਤ ਬਸਾਈ, ਪ੍ਰੀਤੀ ਦੀ ਰੀਤ ਜਿਹੜੀ ਮਰਿਆਦਾ ਸੀ ਚਿੱਤ 'ਚ ਵਸਾ ਲਈ ਕਿ ਮੈਂ ਹੁਣ ਅੱਲਾ ਨਾਲ, ਖੁਦਾ ਨਾਲ, ਉਸ ਪਰਵਦਗਾਰ ਨਾਲ ਪਿਆਰ ਪਾਵਾਂਗਾ। ਵਿਸ਼ਿਆਨ ਤੇ ਉਦਾਸ ਮਤ ਕੀਨੀ, ਆਪਣੀ ਮਤ ਜਿਹੜੀ ਸੀਗੀ ਵਿਚਲਤ ਹੋਈ ਹੋਈ ਵਿਸ਼ਿਆਂ 'ਚ ਉਹਨੂੰ ਉਧਰੋਂ ਵਿਰਾਗ ਸਹਿਤ ਕਰ ਲਿਆ ਵੀ ਇਹਨਾਂ ਵਿਸ਼ਿਆਂ 'ਚ ਮਿਲਿਆ ਤਾਂ ਕੁਝ ਨਹੀਂ। ਜੇ ਵਿਚਾਰ ਕੇ ਦੇਖੀਏ ਕਿ ਵਿਕਾਰਾਂ ਵਿੱਚ ਕੀ ਮਿਲਿਆ, ਕੁਝ ਵੀ ਨਹੀਂ ਮਿਲਿਆ ਹੈ। ਗਿਰਾ ਪ੍ਰੇਮ ਪਰਮੇਸ਼ਰ ਭੀਨੀ, ਆ ਦੇਖੋ ਕਿੰਨੀ ਮਿੱਠੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਪਿਆਰ ਵਿੱਚ ਭਿੱਜੀ ਹੋਈ। ਉਸਤਤ ਕੇ ਬਚ ਸਨ ਮੁਖ ਸਦਨਾ, ਉਸਤਤ ਦੇ ਬਚਨ ਸੁਣ ਕੇ ਨਾ ਉਸ ਵਕਤ ਮੁੱਖ ਰੂਪ ਘਰ ਵਿੱਚੋਂ ਕਹਿਓ ਤ੍ਰਿਤੀ ਪਦ ਪੰਕਜ ਬਦਨਾ, ਮਹਾਰਾਜ ਸੱਚੇ ਪਾਤਸ਼ਾਹ ਨੇ ਤੀਸਰਾ ਜਿਹੜਾ ਸੀ ਪਦਾ ਉਸ ਵਕਤ ਆਪਣੇ ਮੁਖ ਵਿੱਚੋਂ ਉਚਾਰਨ ਕੀਤਾ। ਸ੍ਰੀ ਮੁਖ ਵਾਕ ਸਭ ਰੋਜ ਗਸਤਮ ਦਰਹਵਾ, ਕਰ ਦੇ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਸ ਤੀਸਰੇ ਪਦੇ ਦਾ ਜੋ ਵਿਸਥਾਰ ਕੀਤਾ ਅੱਗੇ ਕਵੀ ਜੀ ਆਪ ਹੀ ਅਰਥ ਕਰ ਰਹੇ ਹਨ ਇਸ ਦੇ। ਚੌਪਾਈ ਬਦੀ ਖਿਆਲ ਨਿਸਬਾਸਰ ਮਾਹੀ, ਕਿਉਂਕਿ ਸਭ ਰੋਜ਼ ਗਸਤਮ ਦਰ ਹਵਾ, ਮਾੜੀ ਹਵਾ ਹਰ ਰੋਜ਼ ਮੈਂ ਮਨ ਦੇ ਅੰਦਰੋਂ, ਮੇਰਾ ਮਨ ਜਿਹੜਾ ਗਸ਼ਤ ਕਰਦਾ ਰਹਿੰਦਾ, ਇੱਧਰ ਉੱਧਰ ਭੱਜਿਆ ਰਹਿੰਦਾ। ਬਦੀ ਖਿਆਲ, ਮੇਰੇ ਖਿਆਲ ਜਿਹੜੇ ਬਾਹਲੇ ਬਦੀ ਵਾਲੇ ਨੇ, ਰਾਤ ਦਿਨ ਮਨ ਉਧਰ ਹੀ ਲੱਗਿਆ ਰਹਿੰਦਾ। ਕਰਤ ਰਹਿਤ ਕੁਛ ਜਾਣਤ ਨਾਹੀ, ਕਰਦਾ ਰਹਿੰਦਾ, ਕਰਦੇਮ ਬਦੀ ਖਿਆਲ, ਮਾੜੇ ਖਿਆਲ ਹੀ ਸੋਚਦਾ ਰਹਿੰਦਾ ਹਰ ਵਕਤ। ਮਨ ਦੇ ਅੰਦਰ ਇਹ ਗੰਦੀ ਹਵਾ ਚੱਲਦੀ ਰਹਿੰਦੀ ਹੈ। ਚਿੰਤਾ ਮਨ ਕੋ ਤਜਹਿ ਗਵਾਰਾ, ਜਿਹੜੀ ਚਿੰਤਾ ਮਣੀ ਹੈ, ਮਨ ਦੀ ਚਿੱਤ ਵੀ ਮੁਰਾਦ ਦੇਣ ਵਾਲੀ ਮਣੀ ਭਾਵ ਅਕਾਲ ਪੁਰਖ ਦਾ ਨਾਮ, ਉਸ ਨੂੰ ਹਮੇਸ਼ਾ ਤਿਆਗ ਦਿੰਦਾ ਹੈ। ਕਾਚ ਲੇਹ ਕਰ ਜਤਨ ਅਪਾਰਾ, ਕੱਚ ਦਾ ਵਪਾਰ ਕਰਦਾ ਹੈ, ਨਾਮ ਦਾ ਵਪਾਰ ਨਹੀਂ ਕਰਦਾ, ਕੱਚ ਇਕੱਠਾ ਕਰੀ ਜਾਂਦਾ ਹੈ। ਸੁਰ ਤਰ ਕੋ ਨਿਜ ਅਜਰ ਉਖਾਰ ਹੈ, ਆਪਣੇ ਵਿਹੜੇ ਵਿੱਚੋਂ ਕਲਪ ਬ੍ਰਿਛ ਜਿਹੜਾ ਸੀ ਉਹ ਤਾਂ ਕੱਟ ਕੇ ਬਾਹਰ ਮਾਰਿਆ। ਕਹਿੰਦੇ ਕਲਪ ਬ੍ਰਿਛ ਦੀ ਲੋੜ ਨਹੀਂ ਹੈ ਸਾਨੂੰ, ਜਿਹੜਾ ਨਾਮ ਸੀ, ਜੋ ਸਿੱਖੀ ਸੀ, ਜੋ ਸਾਰਾ ਕੁਝ ਸੀ ਉਹ ਤਾਂ ਘਰੋਂ ਹੀ ਕੱਢ ਦਿੱਤਾ, ਬਾਹਰ ਹੀ ਕੱਢ ਦਿੱਤਾ। ਸਿੱਖੀ ਦੀ ਜੜ ਘਰੋਂ ਹੀ ਸੁਕਾਤੀ ਆਪਣੇੋਂ, ਸਿੱਖੀ ਤਾਂ ਖਤਮ ਹੀ ਕਰ ਦਿੱਤੀ ਹੈ। ਕੀ ਹੈ ਵੈਸੇ ਜੇ ਪੁੱਛੇ ਕਿਸੇ ਨੂੰ, ਸਿੱਖ ਕਿਸੇ ਨੂੰ ਪੁੱਛੇ ਜਿਹੜੇ ਸਿੱਖੀ ਛੱਡੀ ਫਿਰਦੇ ਆ, ਨਾ ਮੁਸਲਮਾਨ ਹੈ, ਨਾ ਹਿੰਦੂ ਹੈ, ਨਾ ਕੋਈ ਹੋਰ, ਨਾ ਕੋਈ ਹੋਰ, ਕੀ ਹੈ ਤੂੰ? ਹੈ ਹੀ ਕੁਛ ਨਹੀਂ। ਨਾ ਤੇਰਾ ਕੋਈ ਵਜੂਦ ਹੈ, ਨਾ ਤੇਰਾ ਕੋਈ ਅੱਗਾ, ਨਾ ਤੇਰਾ ਕੋਈ ਪਿੱਛਾ, ਨਾ ਤੇਰੀ ਕਿਸੇ ਨੇ ਬਾਹ ਫੜਨੀ ਹੈ। ਬਨੀ ਬਬੂਰਨ ਕੀ ਵਿਸਤਾਰ ਹੈ, ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਤੂੰ ਕਰ ਰਿਹਾ ਨਾ, ਇਹ ਕਿੱਕਰਾਂ ਨੂੰ ਬੀਜਣ ਵਾਲੀ ਬਗੀਚੀ ਬੀਜ ਲਈ। ਕਿੱਕਰਾਂ ਦੇ ਬੀਜ ਬੀਜ ਕੇ ਕੰਡਿਆਂ ਦੀ ਆਸ ਕਰ। ਹੁਣ ਨਾ ਲੋੜ ਕੇ ਮੈਨੂੰ ਬਜੌਰ ਦੀਆਂ ਦਾਖਾਂ ਮਿਲਣਗੀਆਂ ਕਿੱਕਰਾਂ ਬੀਜ ਕੇ। ਤਰਕ ਸੁਦਾ ਕੋ ਹੋਏ ਸੁਰਾਪੀ, ਸੋ ਇਸ ਕਰਕੇ ਜਿਹੜਾ ਇਹ ਬਹੁਤ ਜ਼ਿਆਦੇ ਸੀ ਨਾ, ਨਾਮਦਾਨ, ਸਿੱਖੀ ਦਾਨ, ਭਰੋਸਾ ਦਾਨ, ਇਹਨਾਂ ਨੂੰ ਛੱਡ ਕੇ, ਅੰਮ੍ਰਿਤ ਨੂੰ ਛੱਡ ਕੇ ਸ਼ਰਾਬ ਪੀਣ ਲੱਗ ਪਿਆ। ਤਜ ਚੰਦਨ ਗਹਿ ਬੰਸ ਸੰਤਾਪੀ, ਕਹਿੰਦੇ ਚੰਦਨ ਨੂੰ ਛੱਡ ਕੇ ਜਿਹੜਾ ਸੰਤਾਪ ਦੇਣ ਵਾਲਾ ਬਾਂਸਾਂ ਦਾ ਬੂਟਾ ਉਹ ਘਰੇ ਬੀਜ ਲਿਆ ਆਪਣੇ। ਤਨ ਕੋ ਸੁਖ ਪ੍ਰਾਪਤ ਹੋਏ ਕੈਸੇ, ਉਹਨਾਂ ਨੂੰ ਫਿਰ ਸੁਖ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਹਰ ਤਜ ਵਿਸ਼ੇ ਗਹਿਤ ਜੋ ਐਸੇ, ਹਰੀ ਨੂੰ ਛੱਡ ਕੇ ਜੋ ਇਉਂ ਵਿਸ਼ੇ ਵਿਕਾਰਾਂ ਨੂੰ ਗ੍ਰਹਿਣ ਕਰਦੇ ਨੇ, ਵਿਸਰੈ ਸਭ ਹੀ ਬੈਸ ਬਤੀਤੀ, ਉਹਨਾਂ ਦੀ ਸਾਰੀ ਜ਼ਿੰਦਗੀ ਇਉਂ ਹੀ ਬਤੀਤ ਹੋ ਗਈ ਪ੍ਰਮਾਤਮਾ ਨੂੰ ਭੁਲਾ ਕੇ। ਕਬਹਿ ਨਾ ਸਦ ਕੀਨੀ ਹਰ ਪ੍ਰੀਤੀ, ਕਦੇ ਨਹੀਂ ਵਾਹਿਗੁਰੂ ਦੀ ਪ੍ਰੀਤੀ ਦੀ ਖਬਰ ਲਈ ਮਨ ਦੇ ਅੰਦਰ ਸੁੱਧ ਨਹੀਂ ਆਈ ਕਿ ਮੈਂ ਵਾਹਿਗੁਰੂ ਦਾ ਨਾਮ ਵੀ ਜਪ ਲਵਾਂ। ਸੰਤਮ ਨਾਨੇ ਕੇ ਮਨ ਮਾਹੀ, ਮਨ ਵਿੱਚ ਮਿਲਾਣੇ ਦੇ ਸੁਣ ਕਰਕੇ ਇਸ ਤਰ੍ਹਾਂ ਸਰਦਾ ਸੁਧ ਅਜ ਕਹਿ ਬਿਰਧਾਹੀ, ਬਹੁਤੀ ਜ਼ਿਆਦੇ ਸ਼ਰਧਾ ਮਨ ਦੇ ਅੰਦਰ ਵੱਧ ਗਈ ਮਹਾਰਾਜ ਜੀ ਤੇ। ਬੋਲਿਓ ਬਚਨ ਬੰਦ ਕਰ ਦੋ, ਦੋਨੋਂ ਹੱਥ ਜੋੜ ਕੇ ਬਚਨ ਬੋਲਿਆ, ਤੁਮਰੇ ਸੰਸਾਰ ਔਰ ਨਾ ਕੋ, ਤੁਹਾਡੇ ਬਰਾਬਰ ਮਹਾਰਾਜ ਹੋਰ ਕੋਈ ਨਹੀਂ ਹੋ ਸਕਦਾ। ਇੰਨਾ ਸੋਹਣਾ ਉਪਦੇਸ਼ ਕੀਤਾ ਹੈ। ਮੂਰਤ ਪਾਕ ਅੱਲਹ ਭਲ ਕੀਨੀ, ਤੁਸੀਂ ਤਾਂ ਅੱਲਾ ਪਾਕ ਪਰਵਦਗਾਰ
ਦੀ ਮੂਰਤੀ ਆਪ ਹੋ, ਅੱਲਾ ਦਾ ਸਰੂਪ ਆਏ ਹੋ ਤੁਸੀਂ। ਭਗਤ ਰੀਤ ਮਹਿ ਮਤ ਜਹ ਭੇਨੇ, ਜਿਨ੍ਹਾਂ ਦੀ ਭਗਤੀ ਦੀ ਰੀਤੀ ਵਿੱਚ ਮਤ ਭਿੱਜੀ ਪਈ ਆ, ਜਿਹੜੇ ਨਾਮ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦੇ। ਹੋਰ ਸੁਨ ਸ੍ਰੀ ਨਾਨਕ ਉਚਰੇ ਬਚਨਾ, ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਐਸੇ ਬਚਨ ਕਹੇ। ਗਰਭ ਹਰਨ ਕੀ ਜਨ ਮਹਿ ਰਚਨਾ, ਜਿਨ੍ਹਾਂ ਦੀ ਰਚਨਾ ਐਸੀ ਸੀ ਕਿ ਗਰਭ ਤੋਂ ਭਾਵ ਹੰਕਾਰ ਨੂੰ ਨਾਸ਼ ਕਰਨ ਦੀ ਰਚਨਾ। ਇਹ ਬਾਣੀ ਦੇ ਨਾਲ ਹੰਕਾਰ ਨਾਸ਼ ਹੁੰਦਾ ਹੈ। ਜਾਂ ਮਹਾਰਾਜ ਦਾ ਉਪਦੇਸ਼ ਸ਼ਰਵਣ ਕਰਾਂਗੇ ਹੁਣ ਜਾ ਕਰਕੇ। ਸੋਮਵਾਰ ਫੇਰ ਸਤਿਗੁਰੂ ਕਿਰਪਾ ਕਰਨਗੇ, ਸਿਮਰਨ ਵੀ ਕਰਾਂਗੇ ਸਤਿਗੁਰੂ ਦੀ ਕਿਰਪਾ ਨਾਲ। ਇਸ ਤਰ੍ਹਾਂ ਸਮੇਂ ਸਮੇਂ ਅਨੁਸਾਰ ਆਪਾਂ ਵਿਚਾਰਾਂ ਵੀ ਸ਼ਰਵਣ ਕਰਦੇ ਹਾਂ। ਸਿਮਰਨ ਦੀ ਬਹੁਤ ਲੋੜ ਹੈ, ਅਭਿਆਸ ਦੀ ਲੋੜ ਹੈ। ਕਲਯੁਗ ਦਾ ਇੰਨਾ ਭਾਰੀ ਪ੍ਰਭਾਵ ਹੈ ਕਿ ਜਿਵੇਂ ਇੱਕ ਦਿਨ ਸਰੀਰ ਦਾ ਇਸ਼ਨਾਨ ਨਾ ਕਰਾਈਏ, ਸਰੀਰ ਵਿੱਚੋਂ ਕਿਵੇਂ ਮੁਸ਼ਕ ਆਉਣ ਲੱਗ ਜਾਂਦਾ, ਮਨ ਦੇ ਵਿੱਚ ਤਾਂ ਇਦੋਂ ਜ਼ਿਆਦਾ ਗੰਦਗੀ ਆ ਜਾਂਦੀ। ਮਨ ਨੂੰ ਤਾਂ ਹਰ ਟਾਈਮ ਹੀ ਧੋਣਾ ਰੱਖਣਾ, ਹਰ ਟਾਈਮ ਹੀ ਵਾਹਿਗੁਰੂ 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 ਕਰੀ ਜਾਈਏ ਤਾਂ ਹੀ ਮਨ ਸ਼ੁੱਧ ਰਹਿੰਦਾ ਹੈ। ਜੇ ਮਨ ਵਿੱਚੋਂ ਮਾੜਾ ਜਿਹਾ ਵੀ ਰੱਬ ਦਾ ਨਾਮ ਭੁੱਲ ਗਿਆ, ਉਸੇ ਵਕਤ ਮਨ ਨੂੰ ਮੈਲ ਲੱਗ ਜਾਂਦੀ। ਸਤਿਗੁਰੂ ਕਹਿੰਦੇ ਹਰ ਵਕਤ ਹੀ ਸਿਮਰਨ ਕਰਦੇ ਰਹੀਏ। ਵਾਹਿਗੁਰੂ 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 ਵਾਹਿਗੁਰੂ